ਵਾਹਿਗੁਰੂ ਸਾਹਿਬ ਜੀ। ਬਿਸਨ ਪਦ ਪੁਨਿਆਕੀ ਤਰਹਿ ਦੂਜੀ, ਲੈ ਚੱਕਰ ਸੁਦਰਸ਼ਨ ਕੋਪ ਕਰਿਓ। ਜਗਦੀਸ਼ ਬਿਨਾ ਐਸੀ ਕੌਣ ਕਰੈ, ਰਾਖਤ ਭੇ ਪ੍ਰਜਾ ਸਗਰੀ। ਕਾਲਾਸਤਰ ਕੇ ਤਰਾਸ ਤੇ ਸੈਨ ਠਰੈ, ਲੈ ਚੱਕਰ ਸੁਦਰਸ਼ਨ ਕੋਪ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਰਜਨਾਦ ਨੇ ਦੇਵਤਿਆਂ ਦੀ ਸੈਨਾ ਵੱਲ ਕਾਲਾਸਤਰ ਛੱਡਿਆ ਹੈ ਅਤੇ ਸਰਬਲੋ ਭਗਵਾਨ ਜੀ ਜਿਵੇਂ ਦੇਵਤਿਆਂ ਦੀ ਰੱਖਿਆ ਕਰਦੇ ਪਏ ਨੇ, ਉਹ ਕਥਾ ਪਿਆਰ ਦੇ ਨਾਲ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਸਾਹਿਬ ਜੀ। ਬਿਸਨ ਪਦ ਪੁਨਿਆਕੀ ਤਰਹਿ ਦੂਜੀ, ਲੈ ਚੱਕਰ ਸੁਦਰਸ਼ਨ ਕੋਪ ਕਰਿਓ। ਮਹਾਰਾਜ ਕਲਗੀਧਰ ਜੀ ਕਹਿੰਦੇ ਸਰਬਲੋ ਭਗਵਾਨ ਨੇ ਆਪਣੇ ਹੱਥ ਵਿੱਚ ਸੁਦਰਸ਼ਨ ਚੱਕਰ ਲੈ ਕਰਕੇ ਬਹੁਤਾ ਗੁੱਸਾ ਕੀਤਾ ਏ। ਜਗਦੀਸ਼ ਬਿਨਾ ਐਸੀ ਕੌਣ ਕਰੈ, ਜਗਤ ਦੇ ਈਸ਼ਵਰ ਸਰਬਲੋ ਭਗਵਾਨ ਤੋਂ ਬਿਨਾ ਐਸੀ ਕੌਣ ਜਹਾਨ ਵਿੱਚ ਕਰ ਸਕਦਾ ਏ। ਰਾਖਤ ਭੇ ਪ੍ਰਜਾ ਸਗਰੀ। ਹਾਂ, ਜਿੰਨੇ ਵੀ ਪ੍ਰਜਾ ਸੀ ਸਰਬਲੋ ਭਗਵਾਨ ਨੂੰ ਮੰਨਣ ਵਾਲੀ, ਉਹ ਸਾਰੀ ਹੀ ਪ੍ਰਜਾ ਦੀ ਰੱਖਿਆ ਹੋਈ ਹੈ। ਕਾਲਾਸਤਰ ਕੇ ਤਰਾਸ ਤੇ ਸੈਨ ਠਰੈ। ਹਾਂ, ਕਾਲ ਅਸਤਰ ਦੇ ਡਰ ਦੇ ਨਾਲ ਜਿਹੜੀ ਫੌਜ ਠਠੰਬਰੀ ਪਈ ਸੀ, ਉਹਦੀ ਰੱਖਿਆ ਕੀਤੀ ਹੈ ਸਰਬਲੋ ਭਗਵਾਨ ਨੇ ਸੁਦਰਸ਼ਨ ਚੱਕਰ ਚਲਾ ਕਰਕੇ। ਕਾਲ ਆਯੁਧ ਭੰਗ ਕਰਿਓ ਪ੍ਰਭ ਜੀ। ਹਾਂ, ਕਾਲ ਆਯੁਧ ਭੰਗ ਕਈਏ ਨਾਸ਼ ਕੀਤਾ ਏ ਪ੍ਰਭੂ ਸੱਤਾ ਵਾਲੇ ਸਰਬਲੋ ਭਗਵਾਨ ਜੀ ਨੇ। ਸੁਰ ਤਰਾਨ ਕਰੀ ਪ੍ਰਤਨ ਉਬਰੈ। ਮਹਾਰਾਜ ਕਲਗੀਧਰ ਜੀ ਕਹਿੰਦੇ ਦੇਵਤਿਆਂ ਦੀ ਰੱਖਿਆ ਕੀਤੀ ਤੇ ਜਿਹੜੀ ਪ੍ਰਤਨਾ ਫੌਜ ਸੀ ਉਭਰੈ ਉਹਦਾ ਉਧਾਰ ਹੋਇਆ ਏ, ਉਹਦੀ ਰੱਖਿਆ ਹੋਈ ਹੈ। ਤੈਸ ਹੈ ਜਾ ਜਗ ਜੀਵ ਜਿਤੇ। ਹਾਂ, ਜਿਵੇਂ ਯੁੱਧ ਦੇ ਮੈਦਾਨ ਵਿੱਚ ਸਰਬਲੋ ਭਗਵਾਨ ਨੇ ਰੱਖਿਆ ਕੀਤੀ ਹੈ, ਏਦਾਂ ਹੀ ਇਹ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਹਨ, ਪ੍ਰਭ ਜਾਪਤ ਕਾਲ ਤੇ ਰੱਖ ਕਰੈ। ਜਿਹੜੇ ਪ੍ਰਭੂ ਨੂੰ ਜਪਦੇ ਨੇ, ਪ੍ਰਭੂ ਜੀ ਉਹਨਾਂ ਦੀ ਕਾਲ ਤੋਂ ਰੱਖਿਆ ਕਰਦੇ ਨੇ, ਉਹਨਾਂ ਨੂੰ ਬਚਾਉਂਦੇ ਹਨ। ਪਿਖ ਕੌਤਕ ਕਾਲ ਕੋ ਦੈਤ ਰਿਸਿਓ। ਹਾਂ, ਕਾਲ ਕਹੀਏ ਸਰਬਲੋ ਭਗਵਾਨ ਦਾ ਕੌਤਕ ਵੇਖ ਕਰਕੇ ਤੇ ਬੀਰਜਨਾਦ ਬਹੁਤ ਗੁੱਸੇ ਵਿੱਚ ਆਇਆ ਹੈ। ਭਗਵੰਤ ਸੁਦਰਸ਼ਨ ਲੈ ਹੱਥ ਡਾਰੇ। ਹਾਂ, ਭਗਵੰਤ ਨੇ ਸੁਦਰਸ਼ਨ ਚੱਕਰ ਲੈ ਕਰਕੇ ਉਹਦੀ ਫੌਜ ਨੂੰ ਮਾਰ ਸੁੱਟੀ ਸੀ, ਇਸ ਵਾਸਤੇ ਬੀਰਜਨਾਦ ਬੜਾ ਗੁੱਸੇ ਵਿੱਚ ਆਇਆ ਹੈ। ਸਵਾਰ ਹਨੇ ਰੋ ਤੁਖਾਰ ਹਨੇ। ਹਾਂ, ਇੱਕ ਤੇ ਕਾਲ ਆਯੁਧ ਨਾਸ਼ ਕੀਤਾ, ਇੱਕ ਬੀਰਜਨਾਦ ਦੇ ਸਵਾਰ ਤੇ ਤੁਖਾਰ ਘੋੜ ਸਵਾਰ ਮਾਰ ਸੁੱਟੇ ਹਨ। ਗੱਜ ਉਸ਼ਟ ਹਨੇ ਪੈਦਲ ਹੂੰ ਬਿਦਾਰੇ। ਹਾਥੀਆਂ ਵਾਲੇ ਊਠਾਂ ਵਾਲੇ ਮਾਰ ਸੁੱਟੇ ਨੇ, ਪੈਦਲ ਫੌਜ ਵੀ ਮਾਰ ਸੁੱਟੀ ਹੈ। ਸਿਅੰਦਨ ਸੂਰ ਹਨੀ ਪ੍ਰਤਨਾ। ਸਿਅੰਦਨ ਰਥਾਂ ਵਾਲੇ ਸੂਰਮੇ ਦੀ ਸਾਰੀ ਫੌਜ ਮਾਰ ਸੁੱਟੀ ਹੈ ਭਗਵਾਨ ਨੇ। ਅਸਵ ਸਹਿਤ ਭਟ ਬਾਰ ਸੰਘਾਰੇ। ਅਸਵ ਘੋੜਿਆਂ ਦੇ ਸਮੇਤ ਚੰਗੇ ਘੋੜਸਵਾਰ ਸੂਰਮੇ ਮਾਰ ਸੁੱਟੇ ਨੇ। ਦਲ ਪਾਇਕ ਜੁਥਨ ਜੁਥ ਹਨੇ। ਪੈਦਲ ਫੌਜ ਤੇ ਜਥਿਆਂ ਦੇ ਜਥੇ ਮਾਰ ਦਿੱਤੇ ਨੇ। ਗੱਜ ਬਾਜ ਸਿਅੰਦ ਪ੍ਰਤਨ ਹੱਥ ਡਾਰੇ। ਹਾਥੀ ਘੋੜੇ ਰਥਾਂ ਵਾਲੀ ਫੌਜ ਮਾਰ ਸੁੱਟੀ ਹੈ। ਚਾਰ ਪ੍ਰਕਾਰ ਕੀ ਸੈਨ ਹਨੀ। ਚਾਰ ਪ੍ਰਕਾਰ ਦੀ ਫੌਜ ਮਾਰ ਦਿੱਤੀ ਹੈ। ਪਲ ਸੂਰ ਹਤੇ ਪ੍ਰਤਨ ਹੱਥ ਡਾਰੀ। ਚੰਗੇ ਜਿਹੜੇ ਸੂਰਮੇ ਸਨ ਯੁੱਧ ਦੇ ਮੈਦਾਨ ਵਿੱਚ ਸ਼ਸਤਰਬਾਜ਼ੀ ਕਰਨ ਵਾਲੇ, ਉਹ ਵੀ ਮਾਰੇ ਨੇ ਤੇ ਫੌਜ ਹੱਥ ਡਾਰੀ। ਹਾਏ ਦੇ ਉੱਪਰ ਜੋ ਅਧਿਕ ਲੱਗੀ ਹੈ, ਉਹਦਾ ਛੰਦ ਦੇ ਨਾਲ ਤੇ ਸੰਬੰਧ ਕੋਈ ਸ਼ਾਇਦ ਹੋਵੇ, ਅਰਥ ਦੇ ਨਾਲ ਕੋਈ ਸੰਬੰਧ ਨਹੀਂ ਹੈ। ਰੋਸ ਕੇ ਦੈਤ ਬਰਨਾ ਯੁਧ ਕੋ। ਸਤਿਗੁਰੂ ਸਾਹਿਬ ਜੀ ਕਹਿੰਦੇ ਰੋਸ ਕਰਕੇ ਦੈਂਤ ਨੇ ਬਰਨਾਜਦ ਪਾਣੀ ਵਾਲਾ ਅਸਤਰ ਚਲਾਇਆ ਹੈ। ਹਰ ਔਰ ਪਠਿਓ ਕਰ ਰੋਖੈ ਭਾਰੀ। ਹਰੀ ਦੀ ਤਰਫ ਨੂੰ ਭੇਜਿਆ ਹੈ ਭਾਰੀ ਗੁੱਸਾ ਕਰਕੇ ਮਨ ਵਿੱਚ। ਬਾਰਨ ਦੇਵਨ ਤੇ ਨਾ ਪਇਓ ਸੋ। ਹਾਂ, ਦੇਵਤਿਆਂ ਦੀ ਉਸ ਬਾਰਨ ਆਜੋ ਤੋਂ ਰੱਖਿਆ ਨਹੀਂ ਹੋਈ। ਬਾਰਨ ਦਾ ਅਰਥ ਰੱਖਿਆ ਹੈ,
ਤੇ ਭਇਓ ਜਈਆ ਪੂਰਾ ਹੈ। ਦੇਵਤਿਆਂ ਦੇ ਕੋਲੋਂ ਆਪਣੀ ਰੱਖਿਆ ਨਹੀਂ ਹੋਈ। ਸੈਨ ਪਰਿਓ ਕਰ ਰੂਪ ਕਰਾਰੀ, ਬਹੁਤਾ ਹੀ ਭਿਆਨਕ ਰੂਪ ਧਾਰ ਕੇ ਪਾਣੀ ਵਰਸਾਉਣ ਵਾਲਾ ਤੀਰ ਸੈਨਾ ਦੇਵਤਿਆਂ ਦੀ ਉੱਪਰ ਪੈ ਗਿਆ ਏ। ਦੈ ਤਰਾਸ ਅਪਾਰ ਸੂਰ ਸੈਨਨ ਕੋ, ਹਾਂ, ਦੇਵਤਿਆਂ ਦੀ ਫੌਜ ਨੂੰ ਬਹੁਤਾ ਡਰ ਦੇ ਕਰਕੇ ਬਹੁ ਬੀਰਨ ਧੀਰਨ ਸੂਰ ਵਿਚਲਾਰੀ। ਹਾਂ, ਜਦੋਂ ਬਹੁਤਾ ਡਰ ਦਿੱਤਾ ਉਹ ਤੀਰ ਨੇ ਦੇਵਤਿਆਂ ਦੀ ਫੌਜ ਨੂੰ, ਸੂਰਮਿਆਂ ਨੂੰ, ਤੇ ਬਹੁਤੇ ਜਿਹੜੇ ਧੀਰੇ ਧਾਰੀ ਸੂਰਮੇ ਸਨ ਉਹਨਾਂ ਦੀ ਮੱਤ ਵੀ ਵਿਚਲ ਗਈ ਯੁੱਧ ਦੇ ਮੈਦਾਨ ਵਿੱਚ। ਪਟ ਦੇਵ ਸਭੈ ਵਿਚਲੇ ਤਹ ਅਵਸਰ, ਹਾਂ, ਦੇਵਤਿਆਂ ਦੇ ਜਿੰਨੇ ਜੰਗੀ ਸੂਰਮੇ ਸਨ ਕਲਗੀਧਰ ਜੀ ਕਹਿੰਦੇ ਸਾਰੇ ਹੀ ਵਿਚਲ ਗਏ ਨੇ ਉਸ ਮੌਕੇ ਤੇ। ਬਰਨਾਜੁਦ ਆਨ ਪਰਿਓ ਜਬ ਹੀ, ਜਦੋਂ ਬਰਨਾਜੁਦ ਆ ਕਰਕੇ ਦੇਵਤਿਆਂ ਦੀ ਫੌਜ ਵਿੱਚ ਪਿਆ ਹੈ। ਹਾਥੀ ਚਲੇ ਰਨ ਘੋੜਾ ਚਲੇ, ਸਤਿਗੁਰੂ ਸਾਹਿਬ ਜੀ ਕਹਿੰਦੇ ਹਾਥੀ ਵੀ ਇਸ ਦੁਨੀਆ ਤੋਂ ਚਾਲਾ ਮਾਰ ਗਏ। ਜੰਗ ਦੇ ਮੈਦਾਨ ਵਿੱਚ ਘੋੜੇ ਵੀ ਚਾਲਾ ਮਾਰ ਕੇ ਦੇਵਤਿਆਂ ਦੇ। ਭਲ ਉਸ਼ਟ ਸਿਆੰਦ ਚੱਲੇ ਸਭ ਹੀ, ਹਾਂ, ਭਲ ਚੰਗੇ ਊਠ ਤੇ ਰਥਾਂ ਵਾਲੇ ਸੂਰਮੇ ਸਾਰੇ ਹੀ ਚਾਲਾ ਮਾਰਦੇ ਜਾਂਦੇ ਨੇ। ਪਾਇਕ ਮਲ ਵਰਿਆਮ ਚੱਲੇ, ਸਤਿਗੁਰੂ ਸਾਹਿਬ ਜੀ ਕਹਿੰਦੇ ਪੈਦਲ ਤੇ ਪਹਿਲਵਾਨ ਬਹਾਦਰ ਸੂਰਮੇ ਸਾਰੇ ਹੀ ਚਾਲਾ ਮਾਰ ਗਏ। ਵਿਚਲੇ ਸਭ ਸੂਰ ਨਦੀ ਹਬ ਹੀ, ਹਬ ਮੈਨੇ ਹਿਲਦੀ ਜਿਵੇਂ ਨਦੀ ਹਿਲਦੀ ਹੈ ਤਾਂ ਸਾਰੇ ਹੀ ਸੂਰਮੇ ਵਿਚਲੇ ਮੈਨੇ ਹਿਲ ਗਏ ਨੇ। ਧੀਰਜ ਨਾਹੇ ਰਹਿਓ ਤਹ ਅਵਸਰ, ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਸਮੇਂ ਕਿਸੇ ਦੇ ਮਨ ਵਿੱਚ ਕੋਈ ਧੀਰਜ ਨਾ ਰਿਹਾ। ਬਰਨਾਯੁਧ ਕਰ ਦਲ ਦੇਵ ਦਹੀ, ਬਰਨਾਯੁਧ ਦੇ ਨਾਲ ਦੇਵਤਿਆਂ ਦਾ ਜੋ ਦਲ ਹੈ ਉਹ ਦਹੀ ਮੈਨੇ ਸੜ ਗਿਆ, ਨਾਸ਼ ਹੋ ਗਿਆ। ਤਹ ਅਵਸਰ ਠਾੜ ਰਹਿ ਨਾ ਡਰੈ, ਮਹਾਰਾਜ ਕਲਗੀਧਰ ਜੀ ਕਹਿੰਦੇ ਐਸਾ ਬਿਪਤਾ ਦਾ ਸਮਾਂ ਸੀ ਪਰ ਤਾਂ ਵੀ ਕੁਝ ਸੂਰਮੇ ਜੰਗ ਦੇ ਮੈਦਾਨ ਵਿੱਚ ਖਲੋਤੇ ਰਹੇ। ਉਹ ਕਾਲ ਆਜ ਦੇ ਕੋਲੋਂ ਡਰੇ ਨਹੀਂ। ਲੈ ਬਾਨ ਕਮਾਨ ਪਗ ਆਗਹਿ ਰਾਖਤ, ਏਡੇ ਵੱਡੇ ਸੂਰਮੇ ਸਨ ਦੇਵਤਿਆਂ ਦੇ ਆਪਣੇ ਹੱਥਾਂ ਵਿੱਚ ਤੀਰ ਕਮਾਨ ਲੈ ਕੇ ਤੇ ਦੈਂਤਾਂ ਦੀ ਤਰਫ ਨੂੰ ਪੈਰ ਅੱਗੇ ਜੰਗ ਦੇ ਮੈਦਾਨ ਵਿੱਚ ਰੱਖਦੇ ਪਏ ਨੇ। ਵੱਡ ਪੌਰਖ ਹੀ ਭਟ ਦੇਵਨ ਕਾ, ਸਤਿਗੁਰੂ ਸਾਹਿਬ ਜੀ ਕਹਿੰਦੇ ਦੇਵਤਿਆਂ ਦਾ ਵੱਡਾ ਹੌਸਲਾ ਤੇ ਵੱਡਾ ਉਹਨਾਂ ਦਾ ਬਲ ਹੈ। ਕਰ ਖੱਗ ਸੰਭਾਰ ਮੁਖ ਮਾਰਹਿ ਭਖਤ, ਹਾਂ, ਬਾਰਨ ਆਜੁਦ ਨੇ ਇੰਨੀ ਮਾਰ ਮਚਾਈ ਹੈ ਪਰ ਫਿਰ ਵੀ ਉਹ ਆਪਣੇ ਹੱਥਾਂ ਵਿੱਚ ਖੱਗ ਨਾਮ ਖੰਡਿਆਂ ਦਾ ਹੈ। ਖੜਗਾਂ ਸੰਭਾਲ ਕਰਕੇ ਤੇ ਮੂੰਹ ਤੋਂ ਦੰਤਾਂ ਨੂੰ ਮਾਰ ਲੋ ਇਸ ਤਰੀਕੇ ਨਾਲ ਬੋਲਦੇ ਪਏ ਨੇ। ਦੈ ਬੰਬ ਭੁਜ ਠੋਕਤ ਤਾਲ ਬਲੀ, ਸਤਿਗੁਰੂ ਸਾਹਿਬ ਜੀ ਕਹਿੰਦੇ ਬੰਬ ਨਗਾਰੇ ਦੈ ਵਜਾ ਕਰਕੇ ਤੇ ਬਾਹਾਂ ਨੂੰ ਠੋਕਦੇ ਨੇ, ਡੌਲਿਆਂ ਦੇ ਹੱਥ ਮਾਰ ਮਾਰ ਕੇ ਤਾਲ ਕੱਢਦੇ ਨੇ ਬਲੀ ਸੂਰਮੇ। ਖੱਗ ਖੰਡਨ ਤੇ ਵੈ ਭੀਤ ਨਾ ਰਾਖਤ, ਹਾਂ, ਦੰਤਾਂ ਦੇ ਖੜਗਾਂ ਤੇ ਖੰਡਿਆਂ ਦਾ ਉਹ ਡਰ ਨਹੀਂ ਰੱਖਦੇ। ਖੱਗ ਖੰਡਨ ਖੱਖੇ ਟਿੱਪੀ ਡੱਡਾ ਤੇ ਨੰਨਾ ਇਸ ਤਰੀਕੇ ਨਾਲ ਪਾਠ ਹੈ ਜੀ। ਬਾਜ ਗਿਰੇ ਗਜਰਾਜ ਗਿਰੇ, ਸਤਿਗੁਰੂ ਸਾਹਿਬ ਜੀ ਕਹਿੰਦੇ ਦੇਵਤਿਆਂ ਦੇ ਘੋੜੇ ਵੀ ਮਰ ਗਏ ਨੇ, ਹਾਥੀ ਵੀ ਵੱਡੇ ਵੱਡੇ ਮਰ ਗਏ ਨੇ। ਸਿਰ ਤਾਜ ਗਿਰੇ ਸਹਤੀ ਸਰ ਚਾਖਤ, ਸਿਰਾਂ ਦੇ ਮੁਕਟ ਵੀ ਡਿੱਗ ਪਏ ਨੇ ਯੁੱਧ ਦੇ ਮੈਦਾਨ ਵਿੱਚ ਪਰ ਫਿਰ ਵੀ ਉਹ ਡਰਦੇ ਨਹੀਂ। ਬਰਸ਼ੀਆਂ ਤੇ ਤੀਰਾਂ ਨੂੰ ਅੱਗੇ ਹੋ ਕੇ ਚੱਕਦੇ ਪਏ ਨੇ, ਭਾਵ ਜੂਝਦੇ ਪਏ ਹਨ। ਸਰ ਬਿਆਰ ਕੋ ਸ਼ੋਰਤ ਭੇ ਭਗਵਾਨ, ਇਹੋ ਜਿਹਾ ਮੌਕਾ ਵੇਖ ਕੇ ਸਰਬਲੋ ਭਗਵਾਨ ਜੀ ਗੁੱਸੇ ਵਿੱਚ ਆਏ ਨੇ। ਉਹਨਾਂ ਨੇ ਪੌਣ ਅਸਤਰ ਹਵਾ ਵਗਾਉਣ ਵਾਲਾ ਤੀਰ ਛੱਡ ਦੇਣਾ ਕੀਤਾ ਭਗਵਾਨ ਸਰਬਲੋ ਨੇ। ਬਰਨਾਯੁਧ ਬਾਰਨ ਹੋਤ ਭਏ, ਸੱਚੇ ਪਾਤਸ਼ਾਹ ਜੀ ਕਹਿੰਦੇ ਬਰਨ ਆਜ ਤੋਂ ਬਾਰਨ ਕਹੀਏ ਰੱਖਿਆ ਹੁੰਦੀ ਹੋਈ ਆ ਦੇਵਤਿਆਂ ਦੀ। ਖੰਡਨ ਖੰਡ ਕਰ ਆਜੁਦ ਤਨ ਹੋ, ਸਤਿਗੁਰੂ ਸਾਹਿਬ ਜੀ ਕਹਿੰਦੇ ਆ ਦੰਤਾਂ ਦੇ ਸ਼ਸਤਰਾਂ ਦੇ ਟੁਕੜੇ ਟੁਕੜੇ ਕਰ ਦੇਣਾ ਕੀਤੇ ਜਿਹੜਾ ਸਰ ਬਿਆਰ ਮਹਾਰਾਜ ਸਾਹਿਬ ਜੀ ਨੇ ਚਲਾਉਣਾ ਕੀਤਾ ਏ। ਦੈਤਨ ਮਾਰਤ ਤਰਾਸ ਦਏ, ਹਾਂ, ਦੰਤਾਂ ਨੂੰ ਮਾਰਤ ਕਹੀਏ ਹਵਾ ਨੇ ਬਹੁਤਾ ਡਰ ਦੇਣਾ ਕੀਤਾ। ਜਹਾ ਤਹਾ ਭਟ ਭੀਰ ਨਿਸਾਚਰ, ਸਤਿਗੁਰੂ ਸਾਹਿਬ ਜੀ ਕਹਿੰਦੇ ਜਿੱਧਰ ਕਿੱਧਰ ਦੰਤਾਂ ਦੀ ਬਹੁਤੀ ਭੀੜ ਸੀ। ਗਰਾਸ ਕਰਿਓ ਰੁਕ ਸੈਨ ਤਏ, ਜਿਹੜਾ ਸਰ ਬਿਆਰ ਛੱਡਿਆ ਏ ਸਰਬਲੋ ਭਗਵਾਨ ਨੇ
ਉਸ ਤੀਰ ਨੇ ਦੰਤਾਂ ਦੀ ਫੌਜ ਨੂੰ ਗ੍ਰਸ ਲੈਣਾ ਕੀਤਾ ਹੈ, ਤੇ ਜੋ ਦੰਤਾਂ ਦੀ ਫੌਜ ਤਏ ਕਹੀਏ ਤੈਨਾਤ ਹੋਈ ਸੀ, ਉਹ ਸਾਰੀ ਜੰਗ ਦੇ ਮੈਦਾਨ ਵਿੱਚ ਜਿੱਥੇ ਕੋਈ ਸੀ ਉੱਥੇ ਹੀ ਰੁਕ ਗਿਆ ਹੈ। ਗਜ ਬਾਜ ਸਿਅੰਦ ਪਦਾਤਨ ਵੀਰ। ਸਤਿਗੁਰੂ ਸਾਹਿਬ ਜੀ ਕਹਿੰਦੇ ਹਾਥੀਆਂ, ਘੋੜਿਆਂ, ਰਥਾਂ ਤੇ ਪੈਦਲ ਜਿਹੜੇ ਸੂਰਮੇ ਸਨ, ਪਦਾਤਨ ਦੱਦੇ ਨੂੰ ਕੰਨਾਂ ਉੱਤੇ ਬਿੰਦੀ ਨਹੀਂ ਹੈ। ਹਨੇ ਸਰ ਬਿਆਰ ਅਪਾਰ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਬਹੁਤੇ ਹੈਗੇ ਸਨ, ਉਹ ਸਰ ਬਿਆਰ ਨੇ ਖਤਮ ਕਰ ਦੇਣਾ ਕੀਤੇ ਦੈਂਤ। ਦੋਹ ਸੈਨਨ ਤੇ ਭਟ ਜੂਝਤ ਭੇ। ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਸਰ ਬਿਆਰ ਨੇ ਸਾਰਿਆ ਹੀ ਉਹਨਾਂ ਦਾ ਜੋ ਬਰਨ ਆਯੁਧ ਛੱਡਿਆ ਸੀ ਦੰਤਾਂ ਦਾ, ਉਹ ਖਤਮ ਕਰ ਦਿੱਤਾ, ਤਾਂ ਆਮ ਦੀ ਤਰ੍ਹਾਂ ਦੋਨਾਂ ਹੀ ਪਾਸਿਆਂ ਤੋਂ ਸੂਰਮੇ ਜੂਝਣ ਲੱਗ ਪਏ ਨੇ। ਭਟ ਦੇਵ ਅਦੇਵ ਸੰਗਰਾਮ ਬਿਸੇ। ਇੱਕ ਪਾਸੇ ਦੇਵਤੇ ਸੂਰਮੇ ਨੇ, ਇੱਕ ਪਾਸੇ ਦੈਂਤ ਸੂਰਮੇ ਨੇ ਜੰਗ ਦੇ ਮੈਦਾਨ ਵਿੱਚ ਜੂਝਦੇ ਪਏ ਨੇ। ਨਿਜ ਸਵਾਮ ਕੇ ਕਾਰਜ ਧੀਰ ਬੜੇ। ਹਾਂ, ਨਿਜ ਕਹੀਏ ਆਪੋ ਆਪਣੇ ਸੁਆਮੀਆਂ ਦੇ ਕੰਮ ਵਾਸਤੇ ਬਹੁਤੇ ਧੀਰਜ ਨੂੰ ਧਾਰ ਕੇ ਜੂਝਦੇ ਪਏ ਨੇ ਦੋਨਾਂ ਹੀ ਪਾਸਿਆਂ ਤੋਂ। ਰਨ ਲੂਜਤ ਭੇ ਵਰਿਆਮ ਰਿਸੇ। ਜੰਗ ਦੇ ਮੈਦਾਨ ਦੇ ਵਿੱਚ ਲੂਜਤ ਕਹੀਏ ਰੁੱਝੇ ਹੋਏ ਹਨ, ਲੂਜਤ ਕਹੀਏ ਮਰਦੇ ਪਏ ਹਨ, ਜੁਝਦੇ ਪਏ ਨੇ ਜਿਹੜੇ ਵਰਿਆਮ ਬਹਾਦਰ ਨੇ। ਰਿਸੇ ਗੁੱਸੇ ਵਿੱਚ ਆ ਕੇ ਵਰਿਆਮ ਦਾ ਜੀਆ ਪੂਰਾ ਹੈ। ਤਜ ਕਾਨ ਸਭੀ ਭਟ ਜੂਝਤ ਭੇ। ਸਤਿਗੁਰੂ ਸਾਹਿਬ ਜੀ ਕਹਿੰਦੇ ਸਾਰੀਆਂ ਕਾਨਾਂ ਕਨੌਟਾਂ ਨੂੰ ਛੱਡ ਕਰਕੇ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਜੂਝਦੇ ਪਏ ਨੇ। ਚਾਹੇ ਪਾਨ ਕਿਰਪਾਨ ਸਾਵੰਤ ਖਿਸੇ। ਆਪਣੇ ਹੱਥ ਦੇ ਵਿੱਚ ਕਿਰਪਾਨ ਪਕੜ ਕਰਕੇ ਸਾਊ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਖਿਸੇ ਕਹੀਏ ਫਸੇ ਹੋਏ ਹਨ, ਕ੍ਰੋਧਵਾਨ ਹੋਏ ਹਨ। ਆਨ ਨਿਬਾਹਤ ਸ਼ਤਰਨ ਭੇ। ਸਤਿਗੁਰੂ ਸਾਹਿਬ ਜੀ ਕਹਿੰਦੇ ਆਪਣੀ ਆਨ ਸ਼ਾਨ ਨੂੰ ਨਿਭਾਉਂਦੇ ਪਏ ਨੇ ਜਿਹੜੇ ਛਤਰੀ ਸੂਰਮੇ ਹਨ। ਪਗ ਰੂਪ ਮੰਡੇ ਰੰਗ ਭੂਮ ਬਿਸੇ। ਆਪਣੇ ਪੈਰਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਖਲੋਰ ਕੇ ਤੇ ਮੰਡੇ ਮੈਨੇ ਕੁੱਦੇ ਹੋਏ ਹਨ। ਜੰਗ ਦੇ ਮੈਦਾਨ ਦੇ ਵਿੱਚ ਆਪਣੇ ਪੈਰਾਂ ਨੂੰ ਰੋਕ ਕਰਕੇ ਜੰਗ ਕਰਦੇ ਪਏ ਹਨ। ਅਸ਼ਟਕ ਇੱਕ ਅੱਠਾਂ ਦਾ ਇੱਕ ਹੈ ਜੀ। ਬਿਸਨ ਪਾਦ ਪੁਨਿਆਕੀ ਵਿਭਾਸ ਤੇ ਤਾਲਾ ਚਰਪਦ ਬਾਜੂ ਬਾਸਤਰ ਬਰਨਾਜੁਦ ਕੂਟੇ। ਸਤਿਗੁਰੂ ਸਾਹਿਬ ਜੀ ਕਹਿੰਦੇ ਹਵਾ ਵਗਾਉਣ ਵਾਲਾ ਤੀਰ, ਪਾਣੀ ਵਗਾਉਣ ਵਾਲਾ ਤੀਰ ਅਤੇ ਜ਼ਹਿਰ ਬਰਸਾਉਣ ਵਾਲਾ ਤੀਰ। ਕੂਟੇ ਮੈਨੇ ਜ਼ਹਿਰ ਬਾਣ ਜਿਹੜਾ ਜ਼ਹਿਰ ਵਰਸਾਵੇ। ਸ੍ਰੀ ਸਰਬ ਲੋਹ ਦਿਸ ਤੇ ਸਰ ਛੂਟੇ। ਸ੍ਰੀ ਸਰਬਲੋਹ ਭਗਵਾਨ ਦੀ ਦਿਸ਼ਾ ਤੋਂ ਇਹ ਤੀਰ ਚੱਲੇ ਹਨ। ਦਾਨਵ ਜੁਤ ਆਜਦ ਕਟ ਡਾਰੇ। ਸੱਚੇ ਪਾਤਸ਼ਾਹ ਜੀ ਕਹਿੰਦੇ ਦੰਤਾਂ ਦੇ ਸਮੇਤ ਸਾਰੇ ਹੀ ਸ਼ਸਤਰ ਦੰਤਾਂ ਦੇ ਕੱਟ ਦਿੱਤੇ। ਕਰੀ ਰਸ਼ ਪ੍ਰਭ ਦੇਵ ਉਬਾਰੇ। ਰੱਖਿਆ ਕੀਤੀ ਪ੍ਰਭੂ ਜੀ ਨੇ ਦੇਵਤਿਆਂ ਨੂੰ ਬਚਾਉਣਾ ਕੀਤਾ ਏ। ਚਾਰ ਭਾਂਤ ਕੀ ਸੈਨਾ ਚਾਰ ਭਾਂਤ ਕੀ ਪ੍ਰਤਨਾ ਕੂਟੀ। ਮਹਾਰਾਜ ਸਾਹਿਬ ਜੀ ਕਹਿੰਦੇ 4 ਪ੍ਰਕਾਰ ਦੀ ਫੌਜ ਨੂੰ ਕੁੱਟਣਾ ਕੀਤਾ ਏ। ਆਸ ਗੱਜ ਰਥ ਪੈਦਲ ਦਲ ਲੂਟੀ। ਹਾਂ, ਘੋੜਿਆਂ, ਹਾਥੀਆਂ ਤੇ ਰਥਾਂ ਵਾਲੀ ਪੈਦਲ ਫੌਜ ਨੂੰ ਲੁੱਟਣਾ ਕੀਤਾ ਏ। ਨਿਬਦ ਭਾਂਤ ਰਿਪ ਸੈਨ ਚਬਾਈ। ਅਨੇਕਾਂ ਤਰੀਕਿਆਂ ਦੀ ਵੈਰੀ ਦੀ ਸੈਨਾ ਨੂੰ ਚਬਾਉਣਾ ਕੀਤਾ ਏ। ਬਾਜੂ ਬਾਸਤਰ ਸਰਬ ਲੋਹ ਗੁਸਾਈ। ਕਿਉਂਕਿ ਸਰਬਲੋਹ ਗੁਸਾਈ ਦੀ ਤਰਫ ਤੋਂ ਬਾਜੂ ਅਸਤਰ, ਬਰਨਾਯੁਧ ਅਸਤਰ ਤੇ ਜ਼ਹਿਰ ਬਾਣ ਇਤਿਆਦਿ ਛੁੱਟੇ ਹਨ। ਬਿਸਮੈ ਭਇਓ ਪੇਖ ਕੌਤਕ ਕੋ। ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਵਕਤ ਬੀਰਜ ਨਾਲ ਸਰਬਲੋਹ ਭਗਵਾਨ ਦੇ ਕੌਤਕ ਨੂੰ ਵੇਖ ਕੇ ਹੈਰਾਨ ਹੋਇਆ ਏ। ਉਪਲਾਸਤਰ ਛਾੜਿਓ ਸੌਤਕ 100। ਹਾਂ, ਜਿਸ ਵਕਤ ਸਰਬਲੋਹ ਭਗਵਾਨ ਨੇ ਉਪਲਾਸਤਰ ਛੱਡਿਆ ਹੈ, 100 ਤੱਕ ਦਾ ਅਰਥ ਹੁੰਦਾ ਏ ਸਉਤਕ, ਕਠੋਰਤਾ ਦੇ ਸਹਿਤ ਜੋ ਦੈਂਤ ਹੈ। 100 ਕਹੀਏ ਦੇ ਤਾਈ ਤੱਕ ਕੇ ਸਰਬਲੋਹ ਭਗਵਾਨ ਨੇ ਇਹ ਬਾਣ ਛੱਡਿਆ ਹੈ। ਦੂਜਾ ਅਰਥ ਇਦਾਂ ਵੀ ਕਰਦੇ ਨੇ ਉਪਲਾਸਤਰ ਛਾੜਿਓ 100 ਤੱਕ 100 ਕਹੀਏ ਦੇ ਤਾਈ ਬਿਰਜਨਾਥ ਦੇ ਤਾਈ ਤੱਕ ਕੇ ਉਪਲਾਸਤਰ 100 ਬਾਣ ਛੱਡਿਆ ਹੈ। ਤੀਜਾ ਇਦਾਂ ਵੀ ਕਰਦੇ ਨੇ ਸੌਤਕ ਦਾ ਅਰਥ ਹੁੰਦਾ ਪੁੱਤਰ। ਅਨੇਕਾਂ ਪੁੱਤਰਾਂ ਵਾਲੇ ਬਿਰਜਨਾਥ ਦੇ ਤਾਈ ਤੱਕ ਕੇ
ਸਰਬਲੋ ਭਗਵਾਨ ਨੇ ਉਪਲਾਸਤਰ ਬਾਣ ਛੱਡਿਆ ਹੈ। ਜਹ ਦਿਸ ਘਟ ਅੰਧਿਆਰੀ ਚਲੀ। ਜਦੋਂ ਉਪਲਾਸਤਰ ਛੱਲਿਆ ਹੈ ਉਸ ਵਕਤ ਚਾਰੇ ਹੀ ਪਾਸੇ ਬਦਲੀਆਂ ਚਲੀਆਂ ਨੇ, ਅੰਧਿਆਰੀ ਕਹੀਏ ਅੰਧੇਰੇ ਨੂੰ ਕਾਇਮ ਕਰਨ ਵਾਲੀਆਂ। ਦੇਸ ਬਦੇਸ ਤਾਸੋ ਹਲ ਚਲੀ। ਉਪਲਾਸਤਰ ਕਹੀਏ ਗੜੇ ਵਰਸਾਉਣ ਵਾਲੇ ਅਸਤਰ ਤੋਂ ਦਿਸ਼ਾਵਾਂ ਤੇ ਉਪ ਦਿਸ਼ਾਵਾਂ ਦੇ ਵਿੱਚ ਹਲਚਲੀ ਮਚ ਗਈ ਹੈ। ਦਿਨ ਤੇ ਨਿਸਾ ਭਇਓ ਬਿਕਰਾਰਾ। ਸਤਿਗੁਰੂ ਸਾਹਿਬ ਜੀ ਕਹਿੰਦੇ ਇੰਨਾ ਅੰਧੇਰਾ ਹੋਇਆ ਕਿ ਦਿਨ ਤੋਂ ਰਾਤ ਹੋ ਗਈ, ਐਸਾ ਭਿਆਨਕ ਮੌਕਾ ਬਣਿਆ ਹੈ। ਕਾਹੂ ਨ ਦੀਸਤ ਪਾਨ ਪਸਾਰਾ। ਕਿਸੇ ਨੂੰ ਹੱਥ ਪਸਾਰਿਆ ਵੀ ਕੁਝ ਦਿਖਾਈ ਨਹੀਂ ਦਿੰਦਾ। ਉਲਕਾ ਪਾਤ ਪੁਨ ਬਜਰਨ ਪਾਤਾ। ਮਹਾਰਾਜ ਕਹਿੰਦੇ ਉਹ ਪਲਾਸਤਰ ਚੱਲਣ ਦੇ ਨਾਲ ਉਲਕਾ ਪਾਤ ਤੇ ਬਜਰਨ ਪਾਤਾ ਹੋਣ ਲੱਗ ਪਿਆ ਏ। ਉਲਕਾ ਪਾਤ ਕਹਿੰਦੇ ਨੇ ਤਾਰੇ ਟੁੱਟ ਟੁੱਟ ਕੇ ਡਿੱਗਣੇ, ਤੇ ਬਜਰਨ ਪਾਤਾ ਕਹਿੰਦੇ ਆ ਵੀ ਬਿਜਲੀ ਦਾ ਪੈਣਾ ਧਰਤੀ ਦੇ ਉੱਪਰ। ਆਦਕ ਬੰਦ ਗਿਰਤ ਬਹੁ ਭਾਂਤਾ। ਹਾਂ, ਸੂਰਮਿਆਂ ਦੇ ਸਿਰ ਲੱਥਦੇ ਜਾਂਦੇ ਨੇ, ਕਬੰਧ ਧਾੜ ਅੱਧ ਕਹੀਏ ਅੰਨੇ ਹੋ ਕੇ, ਜਾਂ ਅੱਧੇ ਸੂਰਮੇ ਇੱਕ ਅੱਧਾ ਧਾੜ ਇੱਕ ਬੰਨੇ ਹੈ, ਢਿੱਡ ਇੱਕ ਬੰਨੇ ਹੈ ਤੇ ਲੱਤਾਂ ਇੱਕ ਬੰਨੇ ਹੈ, ਤੇ ਕਬੰਧ ਉਹਨੂੰ ਕਹਿੰਦੇ ਨੇ ਜਿਹਦਾ ਸਿਰ ਇੱਕ ਬੰਨੇ ਹੋਵੇ ਤੇ ਧਾੜ ਇੱਕ ਬੰਨੇ ਹੋਵੇ। ਇਦਾਂ ਦੁਰਦਸ਼ਾ ਹੋਈ ਹੈ। ਸੂਰਮੇ ਬਹੁ ਪ੍ਰਕਾਰ ਧਰਤੀ ਦੇ ਉੱਪਰ ਡਿੱਗਦੇ ਪਏ ਨੇ। ਭੈਰਵ ਭੂਤ ਮਸਾਨ ਡਕਾਰਤ। ਸਤਿਗੁਰੂ ਜੀ ਕਹਿੰਦੇ ਭੈਰਵ ਭੂਤ ਮਸਾਨ ਆਦਿਕ ਬੋਲਦੇ ਪਏ ਨੇ। ਜੁਗਨ ਪ੍ਰੇਤ ਹਾਕ ਕਿਲਕਾਰਤ। ਯੋਗਨੀਆਂ ਪ੍ਰੇਤ ਬੋਲਦੇ ਪਏ ਨੇ, ਕਿਲਕਾਰੀਆਂ ਮਾਰਦੇ ਪਏ ਨੇ। ਕਿਲ ਕਟ ਦੇਤ ਡੀਅਰ ਪਈ ਸਾਚੀ। ਡੈਣਾ ਤੇ ਪਸਾਚਣਾ ਕਿਲਕਾਰੀਆਂ ਦਿੰਦੀਆਂ ਪਈਆਂ ਨੇ। ਭੈਰਵ ਰੁਦਰ ਕਾਲਕਾ ਨਾਚੀ। ਇੱਥੇ ਭੈਰਵ ਪਾਠ ਬਣਾ ਲੈਣਾ। ਭੈਰੋ ਰੁਦਰ ਸ਼ਿਵ ਤੇ ਕਾਲਕਾ ਨੱਚਦੀ ਪਈ ਆ ਯੁੱਧ ਮੈਦਾਨ ਵਿੱਚ। ਧੁਕ ਧੁਕ ਉਠਤ ਕਬੰਦ ਬਿਕਰਾਰਾ। ਸੂਰਮਿਆਂ ਦੇ ਧੜਾਂ ਵਿੱਚੋਂ ਧੁਕ ਧੁਕ ਕਰਦਾ ਹੋਇਆ ਭਿਆਨਕ ਖੂਨ ਉੱਠਦਾ ਪਿਆ ਏ। ਹਾਕਤ ਜਾਖ ਪ੍ਰੇਤ ਬੈਤਾਰਾ। ਮਹਾਰਾਜ ਸਾਹਿਬ ਜੀ ਕਹਿੰਦੇ ਜਾਖ ਪ੍ਰੇਤ ਤੇ ਬਤਾਲ ਬੋਲਦੇ ਪਏ ਨੇ। ਜੰਬਕ ਸਵਾਨ ਮੰਜਾਰਨ ਡਾਕਤ। ਹਾਂ, ਜੰਬੋ ਗਿੱਦੜ ਕੁੱਤੇ ਬਿੱਲੇ ਆਦਿਕ ਬੋਲਦੇ ਪਏ ਨੇ। ਗ੍ਰਿਜ ਚਾਵੰਡ ਕਾਕ ਸਦ ਹੰਕਤ। ਗਿਲਜਾਂ ਇੱਲਾਂ ਤੇ ਸੈਂਕੜੇ ਕਾਂ ਬੋਲਦੇ ਪਏ ਹਨ। ਉਹ ਲੂਕ ਸਰਪ ਵਿਆਗਰ ਡੰਕਾਰ। ਸਤਿਗੁਰੂ ਸਾਹਿਬ ਜੀ ਕਹਿੰਦੇ ਉੱਲੂ ਬਗਿਆੜ ਤੇ ਸੱਪ ਬੋਲਦੇ ਪਏ ਹਨ। ਲੋਬਰ ਬਾਜ ਕੁਹੀ ਕਿਲਕਾਰ। ਹਾਂ, ਕਿੱਧਰ ਬਾਜ ਲੋਂਬਰ ਤੇ ਕੁਹੀ ਇੱਕ ਬਾਜ ਦੀ ਕਿਸਮ ਹੈ। ਇਹ ਕਿਲਕਾਰੀਆਂ ਮਾਰਦੇ ਪਏ ਨੇ ਮਾਸ ਨੂੰ ਵੇਖ ਕੇ। ਦਿਗੰਬਰ ਜੁਗਨ ਗਨ ਪ੍ਰੇਤਾ। ਦਿਗੰਬਰ ਦੇ ਉੱਪਰ ਅਧਕਨੀਆਂ ਨੰਗੀਆਂ ਜੋਗਨੀਆਂ ਤੇ ਸਮੂਹ ਪ੍ਰੇਤ ਬੋਲਦੇ ਪਏ ਨੇ। ਖਿਰ ਖਿਰ ਹਸਤ ਡਗਤ ਬਹੁਤਾ। ਸਤਿਗੁਰੂ ਸਾਹਿਬ ਜੀ ਕਹਿੰਦੇ ਬਹੁਤੇ ਕਾਰਨਾਂ ਨਾਲ ਬੋਲਦੇ ਪਏ ਨੇ ਤੇ ਖਿੜਖਿੜ ਹੱਸਦੇ ਪਏ ਨੇ। ਸੀਸ ਜਟਾ ਕਰ ਖੱਪਰ ਧਾਰੈ। ਸਿਰ ਤੇ ਜੜਾਵਾਂ ਨੇ, ਹੱਥਾਂ ਵਿੱਚ ਖੱਪਰ ਨੇ। ਖੰਡਾ ਨਗਨ ਤ੍ਰਿਸੂਲ ਡਰਾਰੈ। ਕਿਸੇ ਨੇ ਨੰਗਾ ਖੰਡਾ ਤੇ ਕਿਸੇ ਨੇ ਡਰਾਉਣੀ ਤਰਸੂਲ ਪਕੜੀ ਹੈ। ਭੀਮ ਦਾੜ ਆਨਨ ਬਹੁ ਭਾਂਤਿਨ। ਸਤਿਗੁਰੂ ਸਾਹਿਬ ਜੀ ਕਹਿੰਦੇ ਭਿਆਨਕ ਦਾੜਾਂ ਤੇ ਬਹੁ ਭਾਂਤਾਂ ਦੇ ਮੁਖੜੇ ਨੇ। ਕਾੜ ਦਾਂਤ ਮੁਖ ਬਾਇਬ ਘਾਤਨ। ਹਾਂ, ਇਹ ਭੂਤ ਪ੍ਰੇਤ ਦੰਦ ਬਾਹਰ ਨੂੰ ਕੱਢਦੇ ਨੇ ਤੇ ਮੁਖ ਬਾਇਬ ਮੂੰਹ ਟੱਡੇ ਹੋਏ ਨੇ ਤੇ ਘਾਤਨ ਮਾਰ ਮਚਾਉਂਦੇ ਪਏ ਨੇ, ਵਾਰ ਕਰਦੇ ਪਏ ਹਨ। ਪੁਨਿਆਕੀ ਗਰਜਤ ਘੋਰ ਹਾਕ ਭੈਕਾਰੀ। ਹਾਂ, ਭਿਆਨਕ ਆਵਾਜ਼ਾਂ ਵਿੱਚ ਗੱਜਦੇ ਪਏ ਨੇ ਤੇ ਭਿਆਨਕ ਆਵਾਜ਼ਾਂ ਦਿੰਦੇ ਪਏ ਨੇ। ਉਛਰ ਉਛਰ ਗਾਵਤ ਦੈਤਾਰੀ। ਉਛਲ ਉਛਲ ਕੇ ਗਾਉਂਦੇ ਪਏ ਨੇ ਤੇ ਤਾੜੀਆਂ ਵਜਾਉਂਦੇ ਪਏ ਨੇ, ਦੈ ਨਾਮ ਵਜਾਉਣ ਦਾ ਏ। ਨਿਸੁਨ ਨਾਦ ਸੁਨੀਅਤ ਡਰ ਪਾਵਨ। ਸਤਿਗੁਰੂ ਸਾਹਿਬ ਜੀ ਕਹਿੰਦੇ ਇੱਕ ਰਸ ਜਾਂ ਵਾਜਿਆਂ ਦੀ ਆਵਾਜ਼ ਸੁਣ ਕੇ ਡਰ ਪਾਈਦਾ ਏ। ਉਲਕਾ ਪਾਤੰ ਸ਼ਬਦ ਭਿਆਵਨ। ਹਾਂ, ਜਦੋਂ ਉਲਕਾ ਪਾਦ ਤਾਰੇ ਟੁੱਟਦੇ ਨੇ ਤੇ ਭਿਆਨਕ ਸ਼ਬਦ ਹੁੰਦਾ ਪਿਆ ਏ। ਦੇ ਤਾਲਾ ਕੰਪਿਓ ਭੂਮ ਗਗਨ ਕਹਿਰਾਵਤ। ਧਰਤੀ ਵੀ ਕੰਬ ਗਈ ਤੇ ਅਸਮਾਨ ਵੀ ਗੱਜ ਉੱਠਿਆ, ਗੂੰਜ ਉੱਠਿਆ ਏ। ਕਹੋ ਕਹੋ ਬਸਦਾ ਨੀਰ ਦਿਖਾਵਤ। ਕਿਧਰੇ ਕਿਧਰੇ ਧਰਤੀ ਫਾਟ ਗਈ ਹੈ ਤੇ ਪਾਣੀ ਦਿਸਣ ਲੱਗ ਪਿਆ ਏ। ਤੜਤਾ ਕਨ ਹਰ ਬਾਜੂ ਝਕੋਰਾ। ਸਤਿਗੁਰੂ ਸਾਹਿਬ ਜੀ ਕਹਿੰਦੇ ਹਵਾ ਝਕਝੋਰੇ ਮਾਰਦੀ ਪਈ, ਝੱਖੜ ਆਉਂਦਾ ਪਿਆ ਏ
ਤੇ ਕਨਹਰ ਬੱਦਲਾਂ ਵਿੱਚ ਤੜਤਾ ਬਿਜਲੀ ਗੱਜਦੀ ਪਈ ਹੈ। ਕਨ ਹਰ ਗਰਜਤ ਦੁਸਾਦ ਕਠੋਰਾ, ਬੱਦਲ ਗੱਜਦੇ ਪਏ ਨੇ ਤੇ ਭਿਆਨਕ ਕਠੋਰ ਆਵਾਜ਼ ਆਉਂਦੀ ਪਈ ਹੈ। ਸਭ ਹਨ ਪਰਲੇ ਕਾਰ ਕਰ ਮਨ, ਸਾਰਿਆਂ ਨੇ ਪਰਲੇ ਦਾ ਹੀ ਆਕਾਰ ਕਰਕੇ ਮੰਨ ਲਿਆ ਏ। ਸੂਰਨ ਮਨ ਆਨੰਦ ਠਹਿਰਨ, ਸੂਰਮਿਆਂ ਨੇ ਆਪਣੇ ਮਨ ਵਿੱਚ ਆਨੰਦ ਪੱਕਾ ਕਰ ਲਿਆ ਏ। ਦ੍ਰੁਮ ਦੀਹ ਆਰ ਮੇਰ ਬਿਸਾਲਾ, ਹਾਂ, ਭਿਆਨਕ ਵੱਡੇ ਵੱਡੇ ਰੁੱਖ ਤੇ ਵੱਡੇ ਵੱਡੇ ਪਹਾੜ, ਹੋਤ ਪਾਤ ਨਿਸ਼ਚਰ ਧਨ ਮਾਲਾ, ਹਾਂ, ਉਪਲਾਸਤਰ ਚੱਲਣ ਦੇ ਨਾਲ ਦੰਤਾਂ ਦੀ ਮਾਲਾ ਦੇ ਉੱਪਰ ਇਹਨਾਂ ਰੁੱਖਾਂ ਦਾ ਤੇ ਪਹਾੜਾਂ ਦਾ ਪਾਤ ਹੋ ਰਿਹਾ ਏ। ਭਾਵ ਰੁੱਖ ਡਿੱਗ ਰਹੇ ਨੇ, ਪਹਾੜ ਡਿੱਗਦੇ ਪਏ ਹਨ। ਪੁਨਿਆਕੀ ਤੇ ਤਾਲਾ ਘੋਰ ਉਤੰਗ ਦੀਹ ਗਿਰ ਦਾਰੁਨ, ਸਤਿਗੁਰੂ ਸਾਹਿਬ ਜੀ ਕਹਿੰਦੇ ਬਹੁਤੇ ਉੱਚੇ ਤੇ ਭਿਆਨਕ ਵੱਡੇ ਡਰਾਉਣੇ ਪਹਾੜ, 100 ਜੋਜਨ ਮੇਰ ਭਿਆਵਨ, ਜਿਹੜੇ ਪਹਾੜ 100 ਜੋਜਨ ਤਗੜੇ ਨੇ, ਬਹੁਤੇ ਹੀ ਭਿਆਨਕ ਨੇ। ਜੋਜਨ ਆਰ ਕਈ ਜੋਜਨ, ਕਈ ਪਹਾੜ 1 ਜੋਜਨ ਦੇ ਨੇ, ਕਈ ਪਹਾੜ ਕਈ ਯੋਜਨਾ ਦੇ ਨੇ। ਹੋਤ ਪਾਤ ਭੈ ਕਰ ਗਿਰ ਦਾਰੁਣ, ਜਿਹੜੇ ਭਿਆਨਕ ਪਹਾੜ ਨੇ ਡਰਾਉਣੇ, ਉਹਨਾਂ ਦਾ ਡਿੱਗਣਾ ਹੋ ਰਿਹਾ ਹੈ ਦੰਤਾਂ ਦੇ ਉੱਪਰ। ਤੇ 1314 ਤੇ ਅੱਗੇ ਬਰਹੀ ਇੱਕ, ਬੱਬਾ ਰਾਰਾ ਹਾਹੇ ਨੂੰ ਬਿਹਾਰੀ, 1 ਤੇ 2 ਡੰਡੇ। ਇਹ ਛਾਪੇ ਦੀਆਂ ਤੇ ਪ੍ਰਾਤਨ ਬੀੜਾਂ ਵਿੱਚ ਲਿਖਿਆ ਮਿਲਦਾ ਏ। ਵਿਭਾਸ ਪੁਨਿਆਕੀ ਕੇ ਤੇ ਤਾਲਾ ਚਰਪਦ, ਦੀਹ ਉਤੰਗ ਘੋਰ ਤਰ ਮੰਦਰ। ਸਤਿਗੁਰੂ ਸਾਹਿਬ ਜੀ ਕਹਿੰਦੇ ਬਹੁਤੇ ਹੀ ਉੱਚੇ ਤੇ ਬਹੁਤੇ ਹੀ ਭਿਆਨਕ ਰੁੱਖ ਤੇ ਪਹਾੜ, ਜੁਤ ਬਿਆਗਰ ਬਿਆਲ ਮ੍ਰਿਗ ਕੰਦਰ, ਇਹਨਾਂ ਪਹਾੜਾਂ ਦੇ ਵਿੱਚ ਕੰਦਰਾਂ ਗੁਫਾਵਾਂ ਬਣੀਆਂ ਨੇ, ਜਿਨ੍ਹਾਂ ਵਿੱਚ ਬਿਆਲ ਗੁਰੂ ਖਾਲਸਾ ਜੀ ਸੱਪਾਂ ਦਾ ਨਾਮ ਵੀ ਹੈ ਤੇ ਬਿਆਲ ਨਾਮ ਗੁਰੂ ਖਾਲਸਾ ਜੀ ਬਘਿਆੜਾਂ ਦਾ ਵੀ ਹੈ। ਤੇ ਜਿਨ੍ਹਾਂ ਗੁਫਾਵਾਂ ਦੇ ਵਿੱਚ ਸੱਪ ਬਿਆਲ ਹਾਥੀ ਨੂੰ ਵੀ ਕਹਿ ਦਿੰਦੇ ਨੇ ਤੇ ਬਿਆਗਰ ਨਾਮ ਬਘਿਆੜ ਦਾ ਹੈ। ਜਿਨ੍ਹਾਂ ਗੁਫਾਵਾਂ ਵਿੱਚ ਹਾਥੀ ਤੇ ਹਰਨ ਤੇ ਬਿਆਗਰ ਗੁਰੂ ਖਾਲਸਾ ਜੀ ਬਘਿਆੜ ਰਹਿੰਦੇ ਨੇ, ਤੇ ਇਹਨਾਂ ਬਘਿਆੜਾਂ ਹਾਥੀਆਂ ਤੇ ਹਰਨਾਂ ਦੇ ਸਮੇਤ ਉਹ ਵੱਡੇ ਵੱਡੇ ਪਹਾੜਾਂ ਦਾ ਡਿੱਗਣਾ ਹੋ ਰਿਹਾ ਦੰਤਾਂ ਦੇ ਉੱਪਰ। ਰੂਰੂ ਜੂਥਪ ਸੂਕਰ ਨਾਨਾ, ਹਾਂ, ਉਹਨਾਂ ਪਹਾੜਾਂ ਦੇ ਉੱਪਰ ਕਾਲੇ ਹਰਨਾਂ ਦੇ ਸਰਦਾਰ ਵੀ ਰਹਿੰਦੇ ਨੇ, ਨਾਨਾ ਪ੍ਰਕਾਰ ਦੇ ਸੂਰ ਵੀ ਰਹਿੰਦੇ ਨੇ। ਜੈਂਡਾ ਮਹਿਸ ਬ੍ਰਿਸਬ ਮ੍ਰਿਗ ਅੰਨ, ਹਾਂ, ਮਹਿ ਇਸ ਮੱਝਾਂ ਦਾ ਜੋ ਪਤੀ ਝੋਟਾ ਹੈ, ਗੈਂਡਾ ਬ੍ਰਿਸਬ ਬਲਦ ਦਾ ਨਾਂ ਹੈ, ਤੇ ਮ੍ਰਿਗ ਹੋਰ ਜਿਹੜੇ ਜਾਨਵਰ ਹਨ, ਆਨਾ ਹੋਰ ਮ੍ਰਿਗ ਜਾਨਵਰ ਨੇ, ਇਹਨਾਂ ਪਹਾੜਾਂ ਤੇ ਵੱਸਦੇ ਨੇ ਜਿਹੜੇ। ਰੋਜ਼ ਚੰਖਾਰ ਰਿਸ਼ ਗਜ ਜੰਬੁਕ, ਚੰਖਾਰ ਗੁਰੂ ਖਾਲਸਾ ਜੀ 12 ਸਿੰਘੇ ਦਾ ਨਾਮ ਹੈ। ਰੋਜ਼ ਰਿਛ ਗਜ ਹਾਥੀ ਤੇ ਜੰਬੁਕ ਗੁਰੂ ਖਾਲਸਾ ਜੀ ਗਿੱਦੜ ਨੂੰ ਕਹਿੰਦੇ ਹਨ। ਬਿਸਧਰ ਅਨਕ ਨਕਲ ਕੁਲ ਸੰਬਕ, ਬਿਸਧਰ ਸੱਪ ਦਾ ਨਾਮ ਹੈ। ਅਨੇਕਾਂ ਹੀ ਸੱਪ ਜੋ ਪਹਾੜਾਂ ਤੇ ਰਹਿੰਦੇ ਨੇ, ਨਕਲ ਨਿਓਲੇ ਤੇ ਕੁੱਲ ਸਾਰੀਆਂ ਹੀ ਸੰਬਕ ਨਾਮ ਮੱਛੀਆਂ ਦਾ ਵੀ ਹੈ ਤੇ ਸਿੱਪੀਆਂ ਦਾ ਵੀ ਹੈ। ਪਹਾੜਾਂ ਦੇ ਤਲਾਬ ਬਣੇ ਹੁੰਦੇ ਨੇ, ਉਹਨਾਂ ਵਿੱਚ ਸਭ ਪ੍ਰਕਾਰ ਦੀਆਂ ਮੱਛੀਆਂ ਰਹਿੰਦੀਆਂ ਨੇ। ਉਹਨਾਂ ਤਲਾਵਾਂ ਮੱਛੀਆਂ ਨਿਓਲੇ ਆਦਿਕਾਂ ਦੇ ਸਮੇਤ ਵੱਡੇ ਵੱਡੇ ਪਹਾੜਾਂ ਦਾ ਪਾਤ ਡਿੱਗਣਾ ਹੋ ਰਿਹਾ ਹੈ ਦੰਤਾਂ ਦੇ ਉੱਪਰ। ਚਮਰ ਸਮਰ ਖਰਗੀ ਬਹੁ ਰਾਸਨ, ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਰਾਸਨ ਧਰਤੀ ਜੰਗ ਦੇ ਮੈਦਾਨ ਵਿੱਚ ਬਹੁਤੀਆਂ ਗਧੀਆਂ ਤੇ ਚਮਰ ਸਮਰ ਕਹੀਏ ਸੁਰਾ ਗਾਂ ਜੰਗ ਦੇ ਮੈਦਾਨ ਦੇ ਵਿੱਚ ਡਿੱਗਦੀਆਂ ਪਈਆਂ ਨੇ ਇਹਨਾਂ ਪਹਾੜਾਂ ਦੇ ਨਾਲ ਹੀ। ਫੁੰਕਾਰਤ ਰਾਸ਼ਸ ਗਨ ਗ੍ਰਾਸਨ, ਸਤਿਗੁਰੂ ਸਾਹਿਬ ਜੀ ਕਹਿੰਦੇ ਫੁੰਕਾਰੇ ਮਾਰਦੀਆਂ ਪਈਆਂ ਨੇ ਤੇ ਸਮੂਹ ਰਾਖਸ਼ਾਂ ਦੇ ਤਾਂ ਹੀ ਗ੍ਰਸਦੀਆਂ ਪਈਆਂ ਨੇ। ਨਾਨਾ ਜੰਤ ਸੰਜੁਤ ਗਿਰ ਰਾਈ, ਨਾਨਾ ਪ੍ਰਕਾਰ ਦੇ ਜਨਤਾਂ ਦੇ ਸੰਜੁਤ ਕਹੀਏ ਸਹਿਤ ਗਿਰਰਾਈ ਵੱਡੇ ਵੱਡੇ ਪਹਾੜ ਡਿੱਗਦੇ ਪਏ ਨੇ। ਇਸ ਪ੍ਰਕਾਰ ਸਿਖਰ ਉਤੰਗ ਗਗਨ ਨੀਰਾਈ, ਉਹਨਾਂ ਪਹਾੜਾਂ ਦੇ ਉੱਚੇ ਉੱਚੇ ਸਿਖਰ ਚੋਟੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਇਦਾਂ ਜਾਪਦਾ ਵੀ ਆਕਾਸ਼ ਹੁਣ ਨੇੜੇ ਹੀ ਹੈ। ਪਸ਼ ਸਪਸ਼ ਪਰੀ ਪਰਿਆਈ, ਸਤਿਗੁਰੂ ਸਾਹਿਬ ਜੀ ਕਹਿੰਦੇ ਪਛ ਸਪਛ, ਸਪਛ ਕਹੀਏ ਜੋ ਖੰਭਾਂ ਦੇ ਸਹਿਤ ਪੰਛੀ ਹੁੰਦੇ ਨੇ। ਪਛ ਮੈਨੇ ਖੰਭ, ਪੰਛੀਆਂ ਦੇ ਵਾਂਗ ਖੰਭਾਂ ਵਾਲੇ, ਤੇ ਪਰੀ ਕਹੀਏ ਖੰਭਾਂ ਦੇ ਨਾਲ, ਪਰਿਆਈ ਕਹੀਏ ਉੱਡਣ ਵਾਲੇ। ਜਿਹੜੇ ਐਸੇ ਪਹਾੜ ਨੇ
ਉਹ ਕਹੀਏ ਜੰਗ ਦੇ ਮੈਦਾਨ ਵਿੱਚ ਡਿੱਗਦੇ ਪਏ ਹਨ। ਗੌਰਵ ਗਿਰਵਰ ਪਰਤ ਅਰ ਰਾਈ। ਸਤਿਗੁਰੂ ਸਾਹਿਬ ਜੀ ਕਹਿੰਦੇ ਗੌਰਵ ਵੱਡੇ ਗਿਰਵਰ ਪਹਾੜ ਅਰਰਾਈ ਅੜ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਡਿੱਗਦੇ ਪਏ ਹਨ। ਕੋਟਿਨ ਕੋਟ ਕੋਟ ਨਗ ਐਸੋ। ਹਾਂ, ਕੋਟਨ ਕੋਟ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਨਗ ਗੁਰੂ ਖਾਲਸਾ ਜੀ ਪਹਾੜ ਨੂੰ ਕਹਿੰਦੇ ਨੇ। ਐਸੇ ਅਨੇਕਾਂ ਹੀ ਪਹਾੜ ਡਿੱਗਦੇ ਪਏ ਨੇ। ਕਹੀ ਜੈਸ ਬਿਦ ਪੂਰਬ ਤੈਸੋ। ਹਾਂ, ਜੈਸੀ ਵਿਧੀ ਦੇ ਨਾਲ ਤੁਹਾਨੂੰ ਪੂਰਬ ਪਹਿਲਾਂ ਦੱਸਿਆ ਹੈ, ਵੈਸੇ ਹੀ ਉਹਨਾਂ ਪਹਾੜਾਂ ਦੇ ਬਾਰੇ ਸਮਝ ਲਵੋ। ਪੂਰਬ ਪੱਪੇ ਨੂੰ ਦਲੰਕੜਾਂ ਨੇ। ਦੇਸ ਦੇਸ ਛਾਏ ਪ੍ਰਭਾ ਗਿਰ ਮੇਰਨ। ਸਤਿਗੁਰੂ ਸਾਹਿਬ ਜੀ ਕਹਿੰਦੇ ਦਿਸ਼ਾਵਾਂ ਤੇ ਉਪ ਦਿਸ਼ਾਵਾਂ ਵਿੱਚ ਵੱਡੇ ਵੱਡੇ ਪਹਾੜਾਂ ਦੀ ਤੇ ਵੱਡੇ ਵੱਡੇ ਮੇਰਾਂ ਦੀ ਜਿਹੜੀ ਸ਼ੋਭਾ ਹੈ ਉਹ ਛਾ ਗਈ ਹੈ। ਦੀਹ ਵਿਸਾਲ ਪ੍ਰਭਤ ਤਰ ਧਾਰਨ। ਜਿਹੜੇ ਬਹੁਤੇ ਹੀ ਵੱਡੇ ਪਰਬਤ ਹਨ ਤੇ ਪਰਬਤਾਂ ਦੇ ਉੱਪਰ ਵੱਡੇ ਵੱਡੇ ਰੁੱਖ ਲੱਗੇ ਨੇ ਭਿਆਨਕ। ਉਹ ਚਾਰੇ ਹੀ ਪਾਸੇ ਧਰਤੀ ਕੀ ਅਸਮਾਨ ਕੀ ਸਾਰੇ ਪਾਸੇ ਉਹਨਾਂ ਦਾ ਬੋਲਬਾਲਾ ਹੋ ਗਿਆ ਏ। ਤੇ ਤਾਲਾ ਧਾਰਾ ਕਰ ਬਰਸਤ ਦ੍ਰਮ ਮੇਰਨ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਵੇਂ ਮੀਂਹ ਦੀ ਧਾਰਾ ਪੈਂਦੀ ਹੈ, ਏਦਾਂ ਧਾਰਾ ਕਰ, ਧਾਰਾ ਦਾ ਰੂਪ ਬਣਾ ਕਰਕੇ ਤੇ ਵੱਡੇ ਵੱਡੇ ਰੁੱਖ ਤੇ ਪਹਾੜ ਦੰਤਾਂ ਦੇ ਉੱਪਰ ਬਰਸਦੇ ਪਏ ਹਨ। ਧਾਰ ਆ ਕਰ, ਧਾਰਾਂ ਦੇ ਵਾਂਗ ਆ ਕਰਕੇ ਦੰਤਾਂ ਦੇ ਉੱਪਰ ਬਰਸਦੇ ਪਏ ਨੇ ਵੱਡੇ ਵੱਡੇ ਪਹਾੜ ਤੇ ਵੱਡੇ ਵੱਡੇ ਰੁੱਖ। ਸਿਖਰ ਸੈਲ ਵਰਹਤ ਚਾ ਫੇਰਨ। ਸਤਿਗੁਰੂ ਸਾਹਿਬ ਜੀ ਕਹਿੰਦੇ ਪਹਾੜਾਂ ਦੀਆਂ ਚੋਟੀਆਂ ਚਾਰੇ ਪਾਸੇ ਜੰਗ ਦੇ ਮੈਦਾਨ ਵਿੱਚ ਵਰਦੀਆਂ ਪਈਆਂ ਨੇ ਖਾਲਸਾ ਜੀ। ਬੱਜਰ ਲੋਕ ਉਲਕਾ ਬਹੁ ਚਰੈ। ਬਹੁਤੀ ਬਿਜਲੀ ਤੇ ਬਹੁਤੇ ਲੂਕ ਨਾਮ ਚੰਗਿਆੜੀਆਂ। ਬਿਜਲੀ ਤੇ ਬਿਜਲੀ ਦੀਆਂ ਚੰਗਿਆੜੀਆਂ ਤੇ ਉਲਕਾ ਤਾਰੇ ਝਾਰ ਝਾਰ ਕੇ ਡਿੱਗਦੇ ਪਏ ਨੇ। ਕਿਉਂਕਿ ਬੱਦਲਾਂ ਨੂੰ ਜਾ ਕੇ ਜਦੋਂ ਪਹਾੜ ਖਹਿੰਦੇ ਨੇ ਤੇ ਪਹਾੜ ਤੇ ਬੱਦਲ ਖਹਿਣੇ ਕਰਕੇ ਬਿਜਲੀ ਪ੍ਰਗਟ ਹੁੰਦੀ ਹੈ। ਬਿਜਲੀ ਦੀਆਂ ਚੰਗਿਆੜੀਆਂ ਡਿੱਗਦੀਆਂ ਨੇ ਯੁੱਧ ਦੇ ਮੈਦਾਨ ਵਿੱਚ। ਪਹਾੜ ਤਾਰਿਆਂ ਨੂੰ ਵੱਜਦੇ ਨੇ, ਤਾਰੇ ਟੁੱਟਦੇ ਨੇ ਤੇ ਉਹ ਗੁਰੂ ਖਾਲਸਾ ਜੀ ਯੁੱਧ ਦੇ ਮੈਦਾਨ ਵਿੱਚ ਡਿੱਗ ਪੈਂਦੇ ਨੇ। ਇਸ ਪ੍ਰਕਾਰ ਮੇਰ ਬ੍ਰਿਸ਼ ਖਗ ਮ੍ਰਿਗ ਜੁਤ ਪਰੈ। ਹਾਂ, ਪਹਾੜਾਂ ਦੇ ਉੱਪਰ ਪਸ਼ੂ ਪੰਛੀ ਇਤਿਆਦਿਕ ਹੁੰਦੇ ਨੇ ਤੇ ਰੁੱਖ ਹੁੰਦੇ ਨੇ ਤੇ ਪਹਾੜ ਰੁੱਖ ਪੰਛੀ ਤੇ ਇਸ ਤਰ੍ਹਾਂ ਜਾਨਵਰਾਂ ਦੇ ਸਮੇਤ ਜੰਗ ਦੇ ਮੈਦਾਨ ਵਿੱਚ ਪੈਂਦੇ ਪਏ ਨੇ। ਜਪਸ ਬੇਗ ਦਾਮਨ ਠਨਕਾਰਾ। ਸਤਿਗੁਰੂ ਸਾਹਿਬ ਜੀ ਕਹਿੰਦੇ ਬੇਗ ਤੇਜ਼ੀ ਨਾਲ ਝਪਸ ਝੱਖੜ ਵਗਦਾ ਹੈ ਤੇ ਦਾਮਨ ਬਿਜਲਗੀ ਠਨਕਾਰਾ ਕੜਕਦੀ ਪਈ ਹੈ। ਗੜਾ ਪਾਤ 10 ਦਿਸ ਬਹਿ ਬਿਆਰਾ। ਹਾਂ, ਦਸਾਂ ਹੀ ਦਿਸ਼ਾਵਾਂ ਵਿੱਚ ਹਵਾ ਵਗਦੀ ਪਈ ਹੈ ਤੇ ਗੜਾ ਪਾਤ ਹੁੰਦਾ ਪਿਆ ਏ। ਗੜੇ ਟੁੱਟ ਟੁੱਟ ਕੇ ਡਿੱਗਦੇ ਪਏ ਨੇ ਕਿਉਂਕਿ ਗੁਰੂ ਖਾਲਸਾ ਜੀ ਗੜਾ ਬਾਣ ਚੋਂ ਭਗਵਾਨ ਨੇ ਛੱਡਿਆ ਹੈ ਬਿਰਜਨਾਦ ਨੂੰ ਤੱਕ ਕੇ। ਸਿਲਾ ਸੈਲ ਬਰਖਾ ਅਤ ਭਾਰੀ। ਸਤਿਗੁਰੂ ਸਾਹਿਬ ਜੀ ਕਹਿੰਦੇ ਪਹਾੜਾਂ ਦੀਆਂ ਸਿਲਾ ਕਹੀਏ ਚੋਟੀਆਂ ਤਿੱਖੀਆਂ ਨੋਕਾਂ ਤੇ ਸੈਲ ਪੱਥਰਾਂ ਦੀ ਬਰਖਾ ਭਾਰੀ ਹੁੰਦੀ ਪਈ ਹੈ। ਬੱਜਰ ਤਬਰ ਸਹਤੀ ਕਟਾਰੀ। ਹਾਂ, ਮਹਾਰਾਜ ਸਾਹਿਬ ਜੀ ਕਹਿੰਦੇ ਤਬਰ ਤੇ ਸਹਤੀ ਕਟਾਰੀ ਵਾਂਗ ਬੱਜਰ ਬਿਜਲੀ ਪੈਂਦੀ ਪਈ ਹੈ। ਤੇ ਤਾਲਾ ਭੂਮ ਆਕਾਸ਼ ਨਾ ਦੀਸਤ ਕਾਹੂ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿਸੇ ਨੂੰ ਧਰਤੀ ਤੇ ਆਕਾਸ਼ ਨਹੀਂ ਦਿਸਦਾ ਪਿਆ। ਮਿਲਤ ਨਾ ਕਉ ਨਹਿ ਦਿਸ ਕਉ ਰਾਹੂ। ਹਾਂ, ਕਿਸੇ ਵੀ ਦਿਸ਼ਾ ਕਿਸੇ ਵੀ ਰਾਹ ਵਿੱਚ ਕਿਸੇ ਨੂੰ ਕੋਈ ਮਿਲਦਾ ਨਹੀਂ ਪਿਆ। ਚਰ ਅਰ ਅਚਰ ਚਲਤ ਪਥ ਰੁਕੇ। ਸਤਿਗੁਰੂ ਸਾਹਿਬ ਜੀ ਕਹਿੰਦੇ ਜੜ ਤੇ ਚੇਤਨਾ ਦੇ ਰਸਤੇ ਰੁਕ ਗਏ ਨੇ ਚਲਦਿਆਂ ਦੇ। ਉਦਰ ਪੜਤ ਨਭ ਮੰਡਲ ਦੂਕੇ। ਹਾਂ, ਦੂਕੇ ਕਹੀਏ ਗੱਜ ਕੇ ਨਭ ਮੰਡਲ ਤੋਂ ਪਹਾੜ ਧਰਤੀ ਦੇ ਉੱਪਰ ਪੈਂਦੇ ਪਏ ਹਨ। ਵਿਪਾਸ ਭਇਓ ਨ ਐਸੋ ਸਮਰ ਭਿਆਵਨ। ਹਾਂ, ਐਸਾ ਭਿਆਨਕ ਜੰਗ ਕਦੇ ਨਹੀਂ ਸੰਸਾਰ ਦੇ ਉੱਪਰ ਹੋਇਆ। ਕੈ ਰਗਪਤ ਸੰਗ ਲੁਜਿਓ ਰਾਵਨ। ਹਾਂ, ਕਹਿ ਭਾਵੇਂ ਰਗਪਤ ਰਾਮ ਜੀ ਦੇ ਨਾਲ ਰਾਵਣ ਵੀ ਲੁੱਝਿਆ ਹੈ ਪਰ ਉਹ ਵੀ ਐਸਾ ਭਿਆਨਕ ਜੰਗ ਨਹੀਂ ਸੀ ਜੈਸਾ ਇਹ ਭਿਆਨਕ ਜੰਗ ਹੋਇਆ ਏ। ਘੋਰ ਕਸ਼ਟ ਬੀਤਿਓ ਤਹ ਅਵਸਰ। ਅਵਸਰ ਕਹੀਏ ਮੌਕੇ ਤੇ ਇਸ ਮੌਕੇ ਤੇ ਭਿਆਨਕ ਕਸ਼ਟ ਬਤੀਤ ਹੋਇਆ। ਭਾਵ ਭਿਆਨਕ ਕਸ਼ਟ ਝਲਣਾ ਕੀਤਾ ਲੋਕਾਈ ਨੇ। ਜੜ ਚੈਤਨ ਸਭੀ ਭੇ ਥਰ ਹਰ। ਹਾਂ, ਜੜ ਤੇ ਚੇਤਨ ਸਾਰੇ ਹੀ ਥਰ ਹਰ ਕਰਕੇ ਕੰਬ ਉੱਠੇ ਹਨ।
ਸਰਨ ਸਰਨ ਕਰ ਸਭ ਗੋਹਰਾਇਓ। ਸਾਰੇ ਸਰਨ ਵਿੱਚ ਹਾਂ, ਸਰਨ ਵਿੱਚ ਹਾਂ, ਇਸ ਤਰੀਕੇ ਨਾਲ ਪੁਕਾਰਾਂ ਕੀਤੀਆਂ ਸਾਰਿਆਂ ਨੇ। ਅਤ ਆਰਤ ਭੈ ਤਰਾਸ ਸਿਰਾਇਓ। ਹਾਂ, ਬਹੁਤੇ ਹੀ ਦੁਖੀ ਨੇ, ਭੈ ਡਰ ਤੇ ਤਰਾਸ ਨਾਮ ਵੀ ਡਰਦਾ ਹੈ। ਡਰ ਦੇ ਨਾਲ ਡਰੇ ਹੋਏ ਨੇ ਤੇ ਸਰਾਏ ਕੀਏ ਠੰਡੇ ਕੀਤੇ ਹੋਏ ਨੇ। ਇਹ ਜੰਗ ਨੇ, ਕਿਸੇ ਦੇ ਵਿੱਚ ਵੀ ਗਰਮੀ ਨਹੀਂ, ਭਾਵ ਚੱਲਣ ਦੀ ਸਮਰੱਥਾ ਨਹੀਂ। ਸਾਰੇ ਜਿਵੇਂ ਠੰਡ ਦੇ ਵਿੱਚ ਲੋਕੇ ਘਰਾਂ ਵਿੱਚ ਬੈਠ ਜਾਂਦੇ ਨੇ, ਏਦਾਂ ਜੰਗ ਦੇ ਮੈਦਾਨ ਨੇ ਠੰਡੇ ਕੀਤੇ ਨੇ, ਲੋਕੇ ਬੈਠੇ ਨੇ। ਪਾਹ ਪਾਹ ਸਰਨਾਗਤ ਦੀਜੈ। ਸਾਰੇ ਕਹਿੰਦੇ ਨੇ ਰੱਖ ਲਓ, ਰੱਖ ਲਓ, ਸ਼ਰਨ ਵਿੱਚ ਥਾਂ ਦਿਓ ਭਗਵਾਨ ਜੀ। ਸ੍ਰੀ ਸਰਬ ਲੋਹ ਮੁਰ ਰਸ਼ਿਆ ਕੀਜੈ। ਸਾਰੇ ਜੜ ਚੇਤਨ ਕਹਿੰਦੇ, ਹੇ ਸ਼੍ਰੀ ਸਰਬਲੋ ਭਗਵਾਨ ਜੀ, ਸਾਡੀ ਰੱਖਿਆ ਕਰਨਾ ਕਰੋ। ਜਾ ਸੰਕਟ ਤੇ ਲਿਹੋ ਬਚਾਈ। ਇਸ ਸੰਕਟ ਤੋਂ ਸਾਨੂੰ ਬਚਾ ਲੈਣਾ ਕਰੋ। ਜੀ ਜੰਤ ਸਭ ਤੁਵਾ ਸਰਨਾਈ। ਸਾਰੇ ਜੀਵ ਤੇ ਜੰਤੂ ਤੁਹਾਡੀ ਸ਼ਰਨ ਵਿੱਚ ਨੇ। ਮਾਤਰਾ ਦੇ ਹਿਸਾਬ ਨਾਲ ਵੇਖ ਲਿਓ, ਇੱਥੇ ਤਵੈ ਪੜਿਆ ਜਾਵੇਗਾ। ਜੇ ਤੇ ਮਾਤਰਾ ਘਟਦੀ ਹੋਵੇ ਤੇ ਤਵੈ ਬੋਲ ਲਿਓ, ਜੇ ਪੂਰੀ ਹੋਵੇ ਤੇ ਤਵੋ ਬੋਲ ਲਿਓ। ਅਰਥ ਇੱਕੋ ਹੀ ਹੈ। ਤੇਰੀ ਸ਼ਰਨ ਵਿੱਚ ਹਾਂ, ਤੇਰੀ ਸ਼ਰਨ ਵਿੱਚ ਹਾਂ। ਆਪਨ ਜਾਨੋ ਹੁਜੇ ਕਿਰਪਾਲਾ। ਹਾਂ, ਆਪਣਾ ਜਾਣ ਕਰਕੇ ਸਾਡੇ ਉੱਪਰ ਕਿਰਪਾਲੂ ਹੋ ਜਾਵੋ। ਜਾ ਸੰਕਟ ਤੇ ਰਖੋ ਗੋਪਾਲਾ। ਇਸ ਸੰਕਟ ਤੋਂ ਸਾਨੂੰ ਰੱਖ ਲੈਣਾ ਕਰੋ, ਧਰਤੀ ਨੂੰ ਪਾਲਣ ਵਾਲੇ। ਰਸ਼ ਰਸ਼ ਕਹਿ ਹਸੇ ਗੁਸਾਈ। ਹਾਂ, ਸਰਬਲੋ ਭਗਵਾਨ ਹੱਸੇ, ਕਹਿੰਦੇ ਕੋਈ ਨਹੀਂ, ਰੱਖ ਲਵਾਂਗੇ, ਰੱਖ ਲਵਾਂਗੇ। ਤੁਹਾਨੂੰ ਨਹੀਂ ਰੱਖਣਾ ਤੇ ਹੋਰ ਕਿਹਨੂੰ ਰੱਖਣਾ ਏ। ਤੁਮਰੀ ਰਸ਼ ਆਦ ਮੁਝ ਭਾਈ। ਤੁਹਾਡੀ ਰੱਖਿਆ ਕਰਨੀ ਆਦਿ ਕਾਲ ਤੋਂ ਹੀ ਸਾਨੂੰ ਭਾਈ ਹੈ, ਚੰਗੀ ਲੱਗੀ ਹੈ। ਤਰਾਨ ਕਰੋ ਸੰਕਟ ਸਭ ਹਰਹੁ। ਮੈਂ ਤੁਹਾਡੀ ਰੱਖਿਆ ਕਰਾਂਗਾ, ਸਾਰਾ ਹੀ ਤੁਹਾਡਾ ਸੰਕਟ ਹਰਾਂਗਾ। ਸੁਹਿਰਦਾਤਮ ਨਿਜ ਤੁਮਹਿ ਸੰਭਾਰਹੁ। ਹਾਂ, ਸੁਹਿਰਦ ਆਤਮ ਨਿਜ, ਆਤਮ ਦਾ ਅਰਥ ਹੁੰਦਾ ਏ ਮੇਰੀ ਆਤਮਾ, ਨਿਜ ਮੈਨੇ ਮੇਰੀ, ਆਤਮ ਮੈਨੇ ਆਤਮਾ। ਆਤਮ ਦਾ ਅਰਥ ਮਨ ਵੀ ਹੈ ਤੇ ਸੁਹਿਰਦ ਮੈਨੇ ਮਿੱਤਰ। ਤੁਸੀਂ ਮੇਰੇ ਮਨ ਦੇ ਮਿੱਤਰ ਹੋ, ਭਾ ਮੇਰੇ ਗਾੜੇ ਮਿੱਤਰ ਹੋ, ਤੇ ਮੈਂ ਹੁਣ ਤੁਹਾਡੀ ਰੱਖਿਆ ਕਰਾਂਗਾ, ਤੁਹਾਨੂੰ ਸੰਭਾਲਾਂਗਾ। ਆਸ ਬਦ ਗਦ ਬਚਨ ਸਭ ਤੋਖੇ। ਹਾਂ, ਆਸ ਕਹੀਏ ਇਸ ਤਰੀਕੇ ਨਾਲ, ਬਦ ਕਹੀਏ ਕਹਿ ਕੇ, ਤੇ ਗਦ ਕਹੀਏ ਗੱਜ ਕੇ, ਤੇ ਬਚਨ ਇਸ ਤਰੀਕੇ ਦੇ ਨਾਲ ਗੱਜ ਕੇ ਬਚਨ ਕਹੇ ਤੇ ਸਾਰੇ ਹੀ ਤੋਖੇ ਮੈਨੇ ਪ੍ਰਸੰਨ ਕਰ ਦੇਣਾ ਕੀਤੇ। ਸਰਨ ਦੀਨ ਸਰਨਯ ਪ੍ਰਭ ਪੋਖੇ। ਹਾਂ, ਸਰਨ ਦੇਣਾ ਕੀਤੀ, ਸਰਨਯ ਪ੍ਰਭ ਪੋਖੇ। ਸਰਨ ਦੇਣੇ ਵਾਲੇ ਪ੍ਰਭੂ ਨੇ ਸਾਰਿਆਂ ਨੂੰ ਪ੍ਰਸੰਨ ਕਰ ਦੇਣਾ ਕੀਤਾ, ਪਾਲ ਲੈਣਾ ਕੀਤਾ। ਵਜਰ ਬਾਨ ਅਬ ਮੰਤਰਿਤ ਕਰ ਨਰ। ਨਰ ਕਹੀਏ ਸੂਰਮੇ, ਸਰਬਲੋ ਭਗਵਾਨ ਮਰਦ ਨੇ ਅਬ ਮੰਤਰਿਤ ਕਰਕੇ ਵਜਰਬਾਨ। ਬਾਰਨ ਬੂਦਰਾਸਤਰ ਸਰ ਦੁਸਤਰ। ਹਾਂ, ਤੇ ਭੂਦਰਾਸਤਰ ਕੀਏ ਕਿ ਜਿਸ ਅਸਤਰ ਤੋਂ ਗੁਰੂ ਖਾਲਸਾ ਜੀ ਪਹਾੜ ਵਰਸਨ, ਉਹਦੇ ਤੋਂ ਬਾਰਨ ਰੱਖਿਆ ਕਰਨ ਲਈ ਐਸਾ ਦੁਸਤਰ ਕਠਨ ਤੀਰ ਛੱਡਿਆ ਹੈ। ਛੁਟਤ ਪ੍ਰਕਾਸ਼ ਭਇਓ ਜਗ ਭੀਤਰ। ਮਹਾਰਾਜ ਸਾਹਿਬ ਜੀ ਕਹਿੰਦੇ, ਛੁੱਟਦਿਆਂ ਹੀ ਸਾਰੇ ਸੰਸਾਰ ਤੇ ਪ੍ਰਕਾਸ਼ ਹੋ ਗਿਆ ਏ। ਭਾਨ ਤੇਜ ਮੈਂ ਦੀਸਤ ਖੇਚਰ। ਹਾਂ, ਭਾਨ ਸੂਰਜ ਤੇਜ ਮੈਂ, ਤੇਜ ਦਾ ਸਰੂਪ ਦਿਖਾਈ ਦੇਣ ਲੱਗ ਪਿਆ ਅਸਮਾਨ ਦੇ ਵਿੱਚ। ਰਹਾਉ ਟਿਕਾਓ ਦੇ ਕੇ ਕਿਰਪਾ ਕਰਦੇ ਨੇ। ਚੋਰਤ ਬੂਦ ਰਾਸਤਰ ਸਰਤ ਭੀਖਨ। ਸਤਿਗੁਰੂ ਸਾਹਿਬ ਜੀ ਕਹਿੰਦੇ, ਭੂਦਰ ਅਸਤਰ ਚਕਨਾ ਚੂਰ ਕਰ ਦਿੱਤਾ, ਜੋ ਇਹ ਭਿਆਨਕ ਤੀਰ ਛੱਡਿਆ ਹੈ ਵਜਰਬਾਨ, ਇਹਦੇ ਨਾਲ ਭੂਦਰ ਬਾਣ ਨਾਸ ਕਰ ਦੇਣਾ ਕੀਤਾ ਏ। ਕੋਟ ਕੋਟ ਗਿਰ ਤਿਲ ਤਿਲ ਕੀਸਨ। ਸਤਿਗੁਰੂ ਸਾਹਿਬ ਜੀ ਕਹਿੰਦੇ, ਕਰੋੜਾਂ ਦੀ ਗਿਣਤੀ ਵਿੱਚ ਜਿਹੜੇ ਵੱਡੇ ਵੱਡੇ ਪਹਾੜ ਸਨ, ਉਹ ਤਿਲ ਤਿਲ ਕਰ ਦੇਣਾ ਕੀਤੇ। ਦੇਹ ਬ੍ਰਿਸ਼ ਦਾਰੁਣ ਗਿਰ ਖੰਡਤ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਬਹੁਤੇ ਭਿਆਨਕ ਰੁੱਖ ਤੇ ਜਿਹੜੇ ਵੱਡੇ ਵੱਡੇ ਪਹਾੜ ਸਨ ਭਾਰੀ, ਉਹ ਖੰਡਿਤ ਨਾਸ਼ ਕਰ ਦੇਣਾ ਕੀਤੇ ਨੇ। ਟੂਕ ਟੂਕ ਕਰ ਬਿਸਖੰ ਅਗਨਤ। ਹਾਂ, ਤੀਰ ਚਲਾ ਕੇ ਟੁਕੜੇ ਟੁਕੜੇ ਕਰ ਦੇਣਾ ਕੀਤੇ ਨੇ, ਜਿਹੜੇ ਅਗਣਤ ਗਿਣਤੀ ਤੋਂ ਰਹਿਤ ਪਹਾੜ ਸਨ। ਵਜਰਬਾਨ ਮਾਰਤ 49। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਵਜਰਬਾਨ ਛੱਡਿਆ ਹੈ ਤੇ ਇਸੇ ਤਰ੍ਹਾਂ ਮਾਰਤ ਹਵਾ ਛੱਡੀ ਹੈ 49 ਦੀ ਗਿਣਤੀ ਵਿੱਚ। ਗੁਰੂ ਖਾਲਸਾ ਜੀ 49 ਕਹਿੰਦੇ ਨੇ 49 ਨੂੰ,
ਤੇ 49 ਪੌਣਾਂ ਦੀ ਗਿਣਤੀ ਹੈ, 49 ਪ੍ਰਕਾਰ ਦੀ ਪੌਣ ਹੈ, ਐਸਾ ਪੁਰਾਣਾ ਵਿੱਚ ਲਿਖਿਆ ਮਿਲਦਾ ਹੈ। ਤੋ ਮਹਾਰਾਜ ਸਾਹਿਬ ਜੀ ਕਹਿੰਦੇ ਵਜਰਬਾਣ ਦੇ ਨਾਲ 49 ਪ੍ਰਕਾਰ ਦੀ ਹਵਾ ਚੱਲੀ ਹੈ। ਊਚ ਸਬਾਯੂ ਗਗਨ ਪਤਾਸਾ, ਹਾਂ ਊਚ ਕਹੀਏ ਉੱਚੀ, ਸ ਕਹੀਏ ਸਮੇਤ, ਹਵਾ ਦੇ ਸਮੇਤ ਗਗਨ ਦੇ ਵਿੱਚ ਬਤਾਸਾ ਹਵਾ ਚੱਲੀ ਹੈ। ਇਹ ਵਜਰਬਾਣ ਉੱਚਾ ਹਵਾ ਦੇ ਸਮੇਤ ਹਵਾ ਨੂੰ ਨਾਲ ਲੈ ਕੇ ਅਸਮਾਨ ਵਿੱਚ ਚੱਲਿਆ ਹੈ। ਦਾਮਨ ਲੋਕ ਘਿਰਿਓ ਗਿਰ ਜਾਈ, ਹਾਂ ਕਹਿੰਦੇ ਨੇ ਵੀ ਜੋ ਬਿਜਲੀ ਦੇ ਚੰਗਿਆੜੇ ਤੇ ਵੱਡੇ ਵੱਡੇ ਪਹਾੜ ਸਨ, ਉਹਨਾਂ ਨੂੰ ਜਾ ਕੇ ਇਸ ਵਜਰਬਾਣ ਨੇ ਘੇਰਿਆ ਹੈ। ਜਾਰ ਪਸ਼ ਪੁਨ ਨਗਹਿ ਜਰਾਈ, ਹਾਂ ਜਾਰ ਕਹੀਏ ਸਾੜ ਕਰਕੇ ਪਹਾੜਾਂ ਦੇ ਖੰਭਾਂ ਨੂੰ, ਤੇ ਫਿਰ ਪਹਾੜ ਸਾੜ ਦੇਣਾ ਕੀਤੇ ਨੇ। ਜਾਰਤ ਤਾਲ ਤਮਾਲ ਰੋਸਾਲਾ, ਸੱਚੇ ਪਾਤਸ਼ਾਹ ਜੀ ਕਹਿੰਦੇ ਤਾਲ ਤਮਾਲ ਤੇ ਸਾਲਾ ਆਦਿਕ ਦੇ ਰੁੱਖ, ਸਾਲ ਦੇ ਰੁੱਖ ਸਾੜ ਦਿੱਤੇ ਨੇ। ਨੀਬ ਬਿਲ ਬਕੁਲਨ ਸੋ ਰਸਾਲਾ, ਹਾਂ ਬਕੁਲਨ ਤੇ ਬਿੱਲ ਤੇ ਨੀਮ ਇਹ ਵੀ ਰੁੱਖਾਂ ਦੇ ਨਾਮ ਨੇ। ਸੋਹਣੇ ਸੋਹਣੇ ਐਸੇ ਰੁੱਖ ਜਿਹੜੇ ਮਾਰ ਮਚਾਉਂਦੇ ਪਏ ਸਨ, ਉਹ ਵੀ ਸਾੜ ਸੁੱਟੇ ਨੇ। ਚੰਦਨ ਬੈਂਤ ਬੇਨ ਧਰਮ ਪੁੰਜਨ, ਹਾਂ ਬੈਂਤ ਗੁਰੂ ਖਾਲਸਾ ਜੀ ਦਲਾਵਾਂ ਦੇ ਨਾਲ ਬਿੰਦੀ ਹੈ ਗਿਆਨੀ ਚੰਦਾ ਸਿੰਘ ਦੀ ਬੀੜ ਵਿੱਚ। ਚੰਦਨ ਬੈਂਤ ਬੇਨ ਤੇ ਇਸੇ ਤਰ੍ਹਾਂ ਧਰਮ ਕਹੀਏ ਰੁੱਖ, ਪੁੰਜਨ ਕਹੀਏ ਸਮੂਹ, ਸਾਰੇ ਹੀ ਸਾੜ ਦਿੱਤੇ ਨੇ। ਵਜਰ ਲੋਕ ਤੇ ਜਰਤ ਗਿਰ ਦੁਰਜਨ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਿਜਲੀ ਦੀਆਂ ਚੰਗਿਆੜੀਆਂ ਦੇ ਸਮੇਤ, ਤੇ ਕਹਿੰਦੇ ਨੇ ਜਿਹੜੇ ਦੁਰਜਨ ਭੈੜੇ ਗਿਰ ਪਹਾੜ ਸਨ, ਉਹ ਸਾਰੇ ਹੀ ਸੜ ਕੇ ਸੁਆਹ ਹੋ ਗਏ ਨੇ। ਧੂਰ ਚੂਰ ਹੋਵੇ ਗਿਰਤ ਗਿਰ ਨਾਨਾ, ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਧੂੜ ਹੋ ਕੇ, ਚਕਨਾ ਚੂਰ ਹੋ ਕਰਕੇ ਨਾਨਾ ਪ੍ਰਕਾਰ ਦੇ ਪਹਾੜ ਡਿੱਗ ਪਏ ਨੇ। ਭੋ ਜਰ ਸ਼ਾਰ ਰਿਪ ਜਿਤਕ ਸੰਧਾਨ, ਹਾਂ ਸੜ ਕਰਕੇ ਸੁਆਹ ਹੋ ਗਏ। ਜੋ ਸਰਬਲੋ ਭਗਵਾਨ ਨੇ ਪਹਿਲਾਂ ਵੈਰੀਆਂ ਨੂੰ ਵੇਖ ਕਰਕੇ ਜਿੰਨੇ ਵੀ ਤੀਰ ਛੱਡੇ ਸਨ, ਉਹ ਤੀਰ ਚਕਨਾ ਚੂਰ ਕਰ ਦਿੱਤੇ ਨੇ। ਗੁਰੂ ਖਾਲਸਾ ਸਾਧ ਸੰਗਤ ਜੀ, ਇਹ ਜੋ ਪ੍ਰਕਰਨ ਹੈ, ਇਸ ਪ੍ਰਕਰਨ ਦੇ ਵਿੱਚ ਜੋ ਪਰਿਆਇਕਾਰ ਹੈ ਉਸਨੇ ਬੜੀ ਭ੍ਰਾਂਤੀ ਪਾਈ ਹੋਈ ਹੈ। ਪਿੱਛੇ ਦੇ ਗੁਰੂ ਖਾਲਸਾ ਜੀ ਜਿੱਥੋਂ ਇਹ ਪ੍ਰਕਰਨ ਚੱਲਿਆ ਹੈ, ਉਪਲਾਸਤਰ ਛਾੜਿਓ ਸੌਤਕ ਸੋ, ਵੀ ਸਰਬਲੋ ਭਗਵਾਨ ਨੇ ਜਦੋਂ ਬਾਜੂ ਬਾਸਤਰ ਛੱਡਿਆ ਤੇ ਉਸ ਵਕਤ ਬੀਰਜਨਾਦ ਹੈਰਾਨ ਹੋਇਆ, ਤੇ ਉਹਨੇ ਸਰਬਲੋ ਭਗਵਾਨ ਨੂੰ ਤੱਕ ਕੇ ਉਪਲਾਸਤਰ ਛੱਡਿਆ। ਤੇ ਅੱਗੇ ਗੁਰੂ ਖਾਲਸਾ ਜੀ ਜੇ ਉਪਲਾਸਤਰ ਬੀਰਜਨਾਦ ਨੇ ਛੱਡਿਆ ਸੀ, ਤੇ ਫਿਰ ਉਸ ਉਪਲਾਸਤਰ ਨੇ ਦੰਤਾਂ ਨੂੰ ਕਿਉਂ ਮਾਰਨਾ ਸੀ? ਹੋਤ ਪਾਤ ਨਿਸ਼ਚਰ ਦਨ ਮਾਲਾ, ਦ੍ਰਮ ਦੀ ਅਰ ਮੇਰ ਬਸਾਲਾ, ਹੋਤ ਪਾਤ ਨਿਸ਼ਚਰ ਦਨ ਮਾਲਾ। ਉਹ ਪਲਾਸਤਰ ਛੱਡਿਆ ਤੇ ਦੰਤਾਂ ਦੀਆਂ ਜਿਹੜੀਆਂ ਮਾਲਾ ਸਨ ਉਹ ਖਤਮ ਹੋ ਗਈਆਂ। ਤੋ ਸਵਾਮੀ ਹਰਨਾਮਦਾਸ ਜੀ ਨੇ ਇਹ ਇਦਾਂ ਬਣਾਇਆ ਅਰਥ ਕਿ ਸਰਬਲੋ ਭਗਵਾਨ ਨੇ ਉਪਲਾਸਤਰ ਛੱਡਿਆ ਤੇ ਦੰਤਾਂ ਦੀ ਮਾਲਾ ਖਤਮ ਹੋ ਗਈ। ਇਹ ਅਰਥ ਸਵਾਮੀ ਹਰਨਾਮਦਾਸ ਜੀ ਨੇ ਕੀਤਾ ਹੈ। ਅੱਗੇ ਫਿਰ ਜਦੋਂ ਗੁਰੂ ਖਾਲਸਾ ਜੀ ਸਗਲੀ ਲੁਕਾਈ ਨੇ ਸਰਬਲੋ ਭਗਵਾਨ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ, ਤੇ ਸਰਬਲੋ ਭਗਵਾਨ ਨੇ ਵਜਰਬਾਣ ਛੱਡਿਆ, ਤੇ ਭੋਜਰ ਸ਼ਾਰ ਰਿਪ ਜਿਤਕ ਸੰਧਾਨਾ, ਜਿੰਨੇ ਵੀ ਵੈਰੀਆਂ ਨੇ ਤੀਰ ਛੱਡੇ ਸਨ, ਉਪਲਾਸਤਰ ਆਦਿ ਕੋ ਸੜ ਕੇ ਸੁਆਹ ਹੋ ਗਏ। ਇੱਥੋਂ ਗੁਰੂ ਖਾਲਸਾ ਜੀ ਇੱਕ ਬੜੀ ਗੜਬੜੀ ਜੀ ਮਹਿਸੂਸ ਹੁੰਦੀ ਹੈ। ਵਾਸਤਵ ਦੇ ਵਿੱਚ ਇਹ ਪ੍ਰਸੰਗ ਇਸ ਪ੍ਰਕਾਰ ਸਮਝਣਾ ਹੈ। ਇਹ ਦੋ ਤਰੀਕੇ ਦੇ ਨਾਲ ਪ੍ਰਸੰਗ ਦੇ ਅਰਥ ਹੋਣਗੇ। ਪਹਿਲਾਂ ਤਾਂ ਇਸ ਪ੍ਰਕਾਰ ਇਹਨੂੰ ਸਮਝਣਾ ਹੈ ਕਿ ਜਿਹੜਾ ਉਸ ਵਕਤ ਬੀਰਜਨਾਦ ਬੜਾ ਹੈਰਾਨ ਹੋਇਆ ਜਦੋਂ ਭਗਵਾਨ ਨੇ ਉਹਨੂੰ ਉਪਲਾਸਤਰ ਛੱਡਿਆ ਹੈ। ਸਾਰਾ ਇੰਜ ਅਰਥ ਕਰਦੇ ਜਾਣਾ ਹੈ। ਉਪਲਾਸਤਰ ਦੇ ਨਾਲ ਦੈਂਤ ਮਾਰੇ ਗਏ, ਤੇ ਧੂਰ ਚੂਰ ਹੋਇਆ ਗਿਰਤ ਗਿਰ ਨਾਨਾ, ਭੋਜਰ ਸ਼ਾਰ ਰਿਪ ਜਿਤਕ ਸੰਧਾਨਾ।
ਵੈਰੀਆਂ ਨੂੰ ਮਾਰਨ ਲਈ ਜਿੰਨੇ ਸਿੰਨ ਕੇ ਭਗਵਾਨ ਨੇ ਪਹਿਲਾਂ ਆਪ ਹੀ ਤੀਰ ਮਾਰੇ ਸਨ, ਆਪ ਹੀ ਉਹਨਾਂ ਤੀਰਾਂ ਨੂੰ ਨਾਸ਼ ਕਰ ਲਿਆ। ਇਹ ਇੱਕ ਭਗਵਾਨ ਦੀ ਲੀਲਾ ਹੈ। ਦੂਜਾ ਇਸ ਤਰੀਕੇ ਦੇ ਨਾਲ ਸਮਝਣਾ ਹੈ ਕਿ ਕੁਝ ਦੈਂਤ ਐਸੇ ਸਨ ਜਿਹੜੇ ਸ਼ਿਵ ਜੀ ਦੇ ਮਦਈ ਸਨ, ਤੇ ਜਦੋਂ ਗੁਰੂ ਖਾਲਸਾ ਜੀ ਬੀਰਜਨਾਥ ਨੇ ਉਪਲਾਸਤਰ ਛੱਡਿਆ, ਉਸ ਵਕਤ ਉਹ ਦੈਂਤ ਖਤਮ ਹੋਣੇ ਸ਼ੁਰੂ ਹੋ ਗਏ। ਤਾਂ ਇੱਥੇ ਫਿਰ ਅਖੀਰ ਤੇ ਜਾ ਕੇ ਜਦੋਂ ਭਗਵਾਨ ਨੇ ਬੇਨਤੀ ਸੁਣੀ ਤੇ ਵਜਰਬਾਣ ਛੱਡਿਆ, ਤੇ ਜਿੰਨੇ ਵੀ ਦੰਤਾਂ ਵੱਲੋਂ ਚਲਾਏ ਹੋਏ ਤੀਰ ਸਨ, ਉਪਲਾਸਤਰ ਸੀ, ਭੂਦਰ ਅਸਤਰ ਸੀ, ਉਹ ਸਾਰੇ ਹੀ ਅਸਤਰ ਖਤਮ ਹੋ ਗਏ, ਨਾਸ਼ ਹੋ ਗਏ। ਜਿੰਨੇ ਵੀ ਦੰਤਾਂ ਵੱਲੋਂ ਸਿੰਨ ਕੇ ਸਰਬਲੋ ਭਗਵਾਨ ਦੀ ਤਰਫ ਨੂੰ ਚਲਾਏ ਗਏ ਸਨ। ਇਦਾਂ ਇਹ ਦੋ ਪ੍ਰਕਾਰ ਗੁਰੂ ਖਾਲਸਾ ਜੀ ਪ੍ਰਕਰਨ ਦੇ ਅਰਥ ਸਮਝ ਲੈਣੇ, ਜਿਹੜਾ ਚੰਗਾ ਲੱਗੇ ਉਸੇ ਹੀ ਪ੍ਰਕਾਰ ਇਹਦੇ ਅਰਥ ਕਰ ਲੈਣੇ ਹਨ। ਦੇਸ ਨਿਰਮਲ ਭੇ ਤਿਮਰ ਮਿਟਾਨਿਓ। ਸਤਿਗੁਰੂ ਸਾਹਿਬ ਜੀ ਕਹਿੰਦੇ ਦਿਸ਼ਾਵਾਂ ਨਿਰਮਲ ਹੋ ਗਈਆਂ ਤੇ ਅੰਧੇਰਾ ਮਿਟ ਗਿਆ ਹੈ। ਸ੍ਰੀ ਸਰਬ ਲੋਹ ਬਲ ਅਸਰ ਸਿਰਾਨਿਓ। ਸਰਬਲੋ ਭਗਵਾਨ ਦਾ ਬਲ ਜਿਹੜਾ ਸ੍ਰੀ ਸਰਬਲੋ ਬਲ ਅਸੁਰ ਸੁਰਾਨਿਓ, ਸ੍ਰੀ ਸਰਬਲੋ ਭਗਵਾਨ ਨੇ ਦੰਤ ਦਾ ਬਲ ਖਤਮ ਕਰ ਦਿੱਤਾ ਏ। ਵਜਰਨ ਰਸ਼ ਕਰੀ ਸੁਰ ਕਟਕਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸਰਬਲੋ ਭਗਵਾਨ ਨੇ ਵਜਰਾਂ ਤੋਂ ਦੇਵਤਿਆਂ ਦੀ ਫੌਜ ਦੀ ਰੱਖਿਆ ਕੀਤੀ ਹੈ। ਇਹ ਗੁਰੂ ਖਾਲਸਾ ਜੀ ਜਿਹੜਾ ਪਿੱਛੇ ਆਇਆ ਹੈ ਪ੍ਰਕਰਨ ਉਪਲਾਸਤਰ ਛਾੜਿਓ 100 ਤੱਕ ਸੋ, ਇਹ ਬੀਰਜਨਾਥ ਨੇ ਬਾਣ ਛੱਡਿਆ ਸੀ। ਇੱਥੇ ਆ ਕਰਕੇ ਸਾਰਾ ਪ੍ਰਸੰਗ ਮਹਾਰਾਜ ਨੇ ਨਿਖਾਰ ਦਿੱਤਾ ਏ। ਬੂਧ ਰਾਸਤਰ ਰਿਪ ਰਾਜ ਕਰ ਪਟਕਾ। ਹਾਂ, ਜਿਹੜਾ ਭੂਤ ਰਾਸਤਰ ਸੀ ਦੁਸ਼ਮਣ ਵੱਲੋਂ ਛੱਡਿਆ, ਤੇ ਉਹ ਰਾਜ ਧੂੜ ਕਰਕੇ ਪਟਕਾ ਕੇ ਸੁੱਟ ਦੇਣਾ ਕੀਤਾ ਏ। ਬੀਰਜਨਾਥ ਪਿਖ ਕੌਤਕ ਸਟਕਾ। ਬੀਰਜਨਾਥ ਸਰਬਲੋ ਭਗਵਾਨ ਦਾ ਕੌਤਕ ਵੇਖ ਕੇ ਸਟਕਾ ਗਿਆ ਏ। ਬਾਹਰ ਰੋਸ ਕਰ ਕੀਨਿਓ ਖਟਕਾ। ਫੇਰ ਇਹਨੇ ਰੋਸ ਕੀਤਾ ਹੈ ਤੇ ਖਟਕਾ ਕੀ ਰੌਲਾ ਯੁੱਧ ਦੇ ਮੈਦਾਨ ਵਿੱਚ ਕੀਤਾ ਹੈ। ਬੀਰਜਨਾਥ ਪਿਖ ਕੌਤਕ ਸਟਕਾ, ਬਾਹਰ ਰੋਸ ਕਰ ਕੀਨਿਓ ਖਟਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।